ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਮਲਾਰ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 6 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 7ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1281 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਬਾਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਏ, ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ। ਇੱਥੇ ਬਾਬੀਹਾ ਦਾ ਮਤਲਬ ਹੈ ਪਪੀਹਾ। ਪਪੀਹਾ ਵਰਖਾ ਬੂੰਦ ਦਾ ਪਿਆਸਾ ਹੁੰਦਾ ਹੈ ਤੇ ਜਦੋਂ ਵਰਖਾ ਦੀ ਬੂੰਦ ਉਹਦੇ ਮੂੰਹ ਵਿੱਚ ਪੈਂਦੀ ਹੈ ਤਾਂ ਉਸ ਦੀ ਪਿਆਸ ਬੁਝਦੀ ਹੈ, ਇਹ ਮੰਨਿਆ ਜਾਂਦਾ ਹੈ। ਇੱਥੇ ਪਪੀਹਾ ਜੋ ਹੈ ਜਾਂ ਬਬੀਹਾ ਹੈ, ਇੱਕ ਜਗਿਆਸੂ ਵਾਸਤੇ ਸ਼ਬਦ ਵਰਤਿਆ ਹੈ। ਜਿਹੜਾ ਬਿਰਹੀ ਮਨੁੱਖ ਹੈ, ਜਿਹਦੇ ਅੰਦਰ ਪ੍ਰਭੂ ਮਿਲਾਪ ਦੀ ਤਾਂਘ ਹੈ, ਇੱਥੇ ਉਹਦੇ ਵਾਸਤੇ ਬਾਬੀਹਾ ਸ਼ਬਦ ਵਰਤ ਰਹੇ ਨੇ ਕਿ ਹੇ ਬਿਰਹੀ ਜੀਵ, ਜਿਸ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈ, ਤਾਂਘ ਰਿਹਾ ਹੈ, ਪੁਕਾਰ ਕਰ ਰਿਹਾ ਹੈ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ। ਜਿਵੇਂ ਪਾਣੀ ਦੀ ਬੂੰਦ ਵਾਸਤੇ ਪਪੀਹਾ ਤਰਸਦਾ ਹੈ, ਤਾਂ ਪਾਣੀ ਦੀ ਹਰ ਜੀਵ ਜੰਤ ਨੂੰ ਹੀ ਜ਼ਰੂਰਤ ਹੁੰਦੀ ਹੈ ਕਿ ਇਹ ਪਪੀਹੇ ਦੀ ਤਰ੍ਹਾਂ ਪ੍ਰਭੂ ਮਿਲਾਪ ਦੇ ਨਾਲ ਦੀ ਤਾਂਘ ਰੱਖਣ ਵਾਲੇ ਇਨਸਾਨ, ਹਰ ਇਨਸਾਨ ਹੀ ਪ੍ਰਭੂ ਮਿਲਾਪ ਦੀ ਤਾਂਘ ਰੱਖਦਾ ਹੈ। ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰਿਣ ਹਰਿਆ ਹੋਏ। ਹੁਣ ਜਿਵੇਂ ਬੱਦਲ ਵਸਦਾ ਹੈ, ਬੱਦਲ ਵਸਣ ਦੇ ਨਾਲ ਜਿੱਥੇ ਪਪੀਹੇ ਦੀ ਪਿਆਸ ਮਿਟਦੀ ਹੈ, ਉੱਥੇ ਚਾਰ ਚੁਫੇਰੇ ਧਰਤੀ ਦੇ ਉੱਤੇ ਵੀ ਵਣ ਦਾ ਮਤਲਬ ਜੰਗਲ, ਤ੍ਰਿਣ ਦਾ ਮਤਲਬ ਘਾਹ, ਵਣ ਤ੍ਰਿਣ ਦਾ ਮਤਲਬ ਸਾਰੀ ਵਨਸਪਤੀ ਹਰੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਮਿਹਰ ਕਰਕੇ ਪ੍ਰਭੂ ਵਸਦਾ ਹੈ, ਭਾਵ ਅੰਦਰ ਰੱਬੀ ਗੁਣ ਪ੍ਰਗਟ ਹੁੰਦੇ ਨੇ, ਤਾਂ ਵਣ ਤ੍ਰਿਣ ਹਰਿਆ ਹੋ ਜਾਂਦਾ ਹੈ। ਇੱਥੇ ਵਣ ਤ੍ਰਿਣ ਹਰਿਆ ਹੋਣ ਦਾ ਮਤਲਬ ਸਾਰੇ ਜੋ ਇਨਸਾਨ ਦੇ ਗਿਆਨ ਇੰਦਰੇ ਨੇ ਉਹ ਪ੍ਰਸੰਨ ਹੋ ਜਾਂਦੇ ਨੇ, ਉਹਨਾਂ ਵਿੱਚ ਖੇੜਾ ਆ ਜਾਂਦਾ ਹੈ। ਪਹਿਲੀ ਗੱਲ। ਦੂਜੀ ਗੱਲ, ਜਿਸ ਜਿਸ ਹਿਰਦੇ ਦੇ ਅੰਦਰ ਪ੍ਰਭੂ ਦੇ ਗੁਣ ਪ੍ਰਗਟ ਹੁੰਦੇ ਨੇ, ਜਿਹਦੇ ਤੇ ਰਹਿਮਤ ਹੁੰਦੀ ਹੈ, ਉਹ ਹਰ ਇਨਸਾਨ ਹੀ ਸੁਖੀ, ਸ਼ਾਂਤ ਔਰ ਪ੍ਰਸੰਨ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਪ੍ਰਭੂ ਆਪ ਰਹਿਮਤ ਕਰਕੇ ਅੰਦਰ ਰੱਬੀ ਗੁਣਾਂ ਦੀ ਬਰਸਾਤ ਕਰਦਾ ਹੈ ਤਾਂ ਸਾਰੀ ਸ੍ਰਿਸ਼ਟੀ, ਸਾਰੀ ਲੁਕਾਈ ਸੁਖੀ ਔਰ ਸ਼ਾਂਤ ਹੋ ਜਾਂਦੀ ਹੈ। ਪਰ ਇਹ ਜੋ ਨਾਮ ਬੂੰਦ ਹੈ ਜਾਂ ਰੱਬੀ ਗੁਣ ਨੇ ਜਾਂ ਰੱਬੀ ਰਜਾ ਦੀ ਸੂਝ ਔਰ ਸਮਝ ਹੈ, ਇਸ ਨੂੰ ਪਾਏਗਾ ਕੌਣ, ਕਿਵੇਂ ਪਾਇਆ ਜਾਏ, ਉਹਦੇ ਵਾਸਤੇ ਢੰਗ ਕੀ ਹੈ, ਤਰੀਕਾ ਕੀ ਹੈ, ਸੋਰਸਿਸ ਕੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰ ਪ੍ਰਸਾਦੀ ਪਾਈ ਹੈ ਵਿਰਲਾ ਬੂਝੈ ਕੋਈ। ਕੋਈ ਵਿਰਲਾ ਬੰਦਾ ਇਸ ਗੱਲ ਨੂੰ ਸਮਝਦਾ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦਾ ਮਿਲਾਪ ਹੁੰਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਰੱਬੀ ਗੁਣ ਅੰਦਰ ਪ੍ਰਗਟ ਹੁੰਦੇ ਨੇ। ਗੁਰੂ ਦੀ ਕਿਰਪਾ ਦੇ ਨਾਲ ਬੰਦਾ ਰੱਬੀ ਰਜਾ ਦੇ ਅੰਦਰ ਚੱਲਦਾ ਹੈ, ਰੱਬੀ ਰਜਾ ਨੂੰ ਸਮਝਦਾ ਹੈ। ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਰੱਬੀ ਗੁਣਾਂ ਦੀ ਦਾਤ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦੇ ਗਿਆਨ ਦੀ ਜ਼ਰੂਰਤ ਹੋਵੇਗੀ। ਗਿਆਨ ਗੁਰੂ ਦੀ ਅਗਵਾਈ ਵਿੱਚ ਜਿਹੜਾ ਬੰਦਾ ਜ਼ਿੰਦਗੀ ਜੀਵੇਗਾ, ਉਹ ਇਨਸਾਨ ਉਹਨਾਂ ਰੱਬੀ ਗੁਣਾਂ ਨੂੰ ਪਾ ਲਵੇਗਾ। ਕਿਉਂਕਿ ਅੰਦਰ ਬਰਸਾਤ ਤੇ ਸਾਰਿਆਂ ਦੇ ਹੋ ਹੀ ਰਹੀ ਹੈ। ਅੰਦਰ ਰੱਬੀ ਗੁਣ ਤਾਂ ਹਰ ਇੱਕ ਦੇ ਅੰਦਰ ਮੌਜੂਦ ਨੇ, ਪਰ ਗੁਰੂ ਗਿਆਨ ਰਾਹੀਂ ਬੰਦਾ ਉਹਨਾਂ ਗੁਣਾਂ ਨੂੰ ਯੂਜ਼ ਕਰਨਾ ਸਿੱਖ ਜਾਂਦਾ ਹੈ, ਉਹਨਾਂ ਗੁਣਾਂ ਦੀ ਵਰਤੋਂ ਕਰਦਾ ਹੈ। ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ, ਸਾਰੇ ਨਹੀਂ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਬਹਿੰਦਿਆਂ ਉੱਠਦਿਆਂ ਨਿਤ ਧਿਆਈ ਹੈ, ਸਦਾ ਸਦਾ ਸੁਖ ਹੋਏ। ਇਸ ਲਈ ਬਹਿੰਦਿਆਂ ਉੱਠਦਿਆਂ ਦਾ ਮਤਲਬ ਹਰ ਵਕਤ, ਕੰਮਕਾਰ ਕਰਦਿਆਂ ਵੀ, ਜਦੋਂ ਅਸੀਂ ਵਿਹਲੇ ਵੀ ਹਾਂ। ਬਹਿੰਦਿਆਂ ਉੱਠਦਿਆਂ ਦਾ ਮਤਲਬ ਹਰ ਸਮੇਂ। ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਆਪਣੇ ਧਿਆਨ ਨੂੰ ਰੱਬੀ ਗੁਣਾਂ ਦੇ ਨਾਲ ਜੋੜਨਾ ਚਾਹੀਦਾ ਹੈ। ਤਾਂ ਇਹਦੇ ਨਾਲ ਫਿਰ ਕੀ ਹੋਏਗਾ? ਸਦਾ ਸਦਾ ਸੁਖ ਹੋਏ, ਤਾਂ ਫਿਰ ਸदैਵੀ ਸੁਖ ਬਣਿਆ ਰਹਿੰਦਾ ਹੈ। ਇਸ ਲਈ ਬਹਿੰਦਿਆਂ ਉੱਠਦਿਆਂ ਹਰ ਸਮੇਂ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਰੱਬੀ ਗੁਣਾਂ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ। ਧਿਆਨ ਵਿੱਚ ਰੱਬੀ ਗੁਣ ਹੋਣੇ ਚਾਹੀਦੇ ਨੇ।
ਫਿਰ ਹਮੇਸ਼ਾ ਹੀ ਸੁਖ ਔਰ ਸ਼ਾਂਤੀ ਬਣੀ ਰਹਿੰਦੀ ਹੈ। ਨਾਨਕ ਅੰਮ੍ਰਿਤ ਸਦ ਹੀ ਵਰਸਦਾ, ਗੁਰਮੁਖ ਦੇਵੈ ਹਰ ਸੋਏ। ਅੰਮ੍ਰਿਤ ਦਾ ਮਤਲਬ ਆਤਮਕ ਜੀਵਨ ਦੇਣ ਵਾਲਾ ਨਾਮ ਜਲ, ਆਤਮਕ ਜੀਵਨ ਦੇਣ ਵਾਲੇ ਰੱਬੀ ਗੁਣ। ਸਦ ਹੀ ਵਰਸਦਾ, ਉਹ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਹਮੇਸ਼ਾ ਹੀ ਅੰਦਰ ਵਰਸ ਰਿਹਾ ਹੈ, ਸੱਚ ਹਮੇਸ਼ਾ ਵਰਸ ਰਿਹਾ ਹੈ, ਦਇਆ ਦੀ ਹਮੇਸ਼ਾ ਬਰਸਾਤ ਅੰਦਰ ਹਰ ਇੱਕ ਦੇ ਹੋ ਰਹੀ ਹੈ। ਪਰ ਇਹ ਮਿਲਦਾ ਕਿਹਨੂੰ ਹੈ? ਗੁਰਮੁਖ ਦੇਵੇ ਹਰ ਸੋਏ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਪਰ ਇਹ ਦਾਤ ਮਿਲਦੀ ਉਸ ਨੂੰ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਨੂੰ ਇਹ ਦਾਤ ਮਿਲ ਜਾਂਦੀ ਹੈ। ਬਰਸਾਤ ਤਾਂ ਹਰ ਵਕਤ ਹੋ ਰਹੀ ਹੈ। ਗੁਰੂ ਪਾਤਸ਼ਾਹ ਜੀ ਹਰ ਸ਼ਬਦ ਰਾਹੀਂ ਸਾਨੂੰ ਸਮਝਾ ਰਹੇ ਨੇ, ਔਰ ਹਰ ਰੋਜ਼ ਇਹ ਗੱਲਾਂ ਆਪਾਂ ਆਪਸ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ, ਰਿਪੀਟ ਹੋ ਰਹੀਆਂ ਨੇ ਇਹ ਗੱਲਾਂ, ਕਿ ਗੁਰੂ ਦੇ ਦੱਸੇ ਰਾਹਾਂ ਤੇ ਅਸੀਂ ਚੱਲ ਕੇ ਗੁਣਾਂ ਨੂੰ ਵਰਤਣਾ ਹੈ। ਗੁਣ ਹਰ ਇਨਸਾਨ ਦੇ ਅੰਦਰ ਮੌਜੂਦ ਨੇ। ਹਰ ਥਾਂ ਤੇ ਹਰ ਸਮੇਂ ਸੱਚ ਦੀ ਬਰਸਾਤ ਹੋ ਰਹੀ ਹੈ, ਦਇਆ ਦੀ ਬਰਸਾਤ ਹੋ ਰਹੀ ਹੈ, ਪ੍ਰੇਮ ਦੀ ਬਰਸਾਤ ਹੋ ਰਹੀ ਹੈ। ਭਾਵ ਕੋਈ ਵੀ ਥਾਂ, ਕੋਈ ਵੀ ਸਮਾਂ ਐਸਾ ਨਹੀਂ ਜਿਸ ਥਾਂ ਤੇ ਤੁਸੀਂ ਪ੍ਰੇਮ ਨਾਲ ਜਾਂ ਸੱਚਾਈ ਇਮਾਨਦਾਰੀ ਨਾਲ ਨਹੀਂ ਰਹਿ ਸਕਦੇ। ਕੋਈ ਸਮਾਂ ਐਸਾ ਨਹੀਂ ਜਿਸ ਸਮੇਂ ਤੁਸੀਂ ਸੱਚ ਦੇ ਨਾਲ ਨਹੀਂ ਜੁੜ ਸਕਦੇ। ਕੋਈ ਵੀ ਵਿਅਕਤੀ ਵਿਸ਼ੇਸ਼ ਐਸਾ ਨਹੀਂ ਜੋ ਸੱਚ ਨਾਲ ਨਹੀਂ ਜੁੜ ਸਕਦਾ। ਲੇਕਿਨ ਆਮ ਬੰਦੇ ਜੁੜਦੇ ਨਹੀਂ। ਤਾਂ ਗੁਰੂ ਗਿਆਨ ਰਾਹੀਂ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਇਸ ਨਾਮ ਅੰਮ੍ਰਿਤ ਨੂੰ ਪਾਉਂਦਾ ਹੈ, ਭਾਵ ਆਤਮਿਕ ਜੀਵਨ ਹਾਸਲ ਕਰਦਾ ਹੈ। ਕਿਉਂਕਿ ਆਤਮਿਕ ਜੀਵਨ ਹਰ ਥਾਂ ਤੇ ਹਰ ਇੱਕ ਦੇ ਅੰਦਰ ਵਰਸ ਰਿਹਾ ਹੈ। ਸਿਰਫ ਉਸ ਨੂੰ ਸੰਭਾਲਣ ਦੀ ਔਰ ਮਾਣਨ ਦੀ ਲੋੜ ਹੈ। ਤੇ ਮਾਣੇਗਾ ਉਹ ਜੋ ਆਪਣੇ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਦਾ ਧਾਰਨੀ ਹੋਏਗਾ। ਮਹਿਲਾ ਤੀਜਾ। ਪਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਪਲਮਲ ਦਾ ਮਤਲਬ ਵਿਆਕੁਲ, ਮੇਦਨੀ ਦਾ ਮਤਲਬ ਧਰਤੀ, ਸ੍ਰਿਸ਼ਟੀ। ਤਾਂ ਜਿਹੜੀ ਧਰਤੀ ਹੈ, ਸ੍ਰਿਸ਼ਟੀ ਹੈ, ਭਾਵ ਜੋ ਬੰਦੇ ਦੀ ਸੋਚ ਹੈ, ਇਹ ਪਾਪਾਂ ਦੇ ਨਾਲ ਵਿਆਕੁਲ ਹੋਈ ਪਈ ਹੈ। ਮੇਦਨੀ ਦਾ ਮਤਲਬ ਸ੍ਰਿਸ਼ਟੀ। ਤੇ ਇੱਥੇ ਸ੍ਰਿਸ਼ਟੀ ਤੋਂ ਭਾਵ ਜੋ ਮਨੁੱਖੀ ਸੋਚ ਹੈ, ਪਾਪਾਂ ਦੇ ਨਾਲ ਵਿਆਕੁਲ ਹੋਈ ਪਈ ਹੈ। ਤੇ ਜਦੋਂ ਪਾਪਾਂ ਦੇ ਨਾਲ ਜਾਂ ਦੁੱਖ ਦੇ ਨਾਲ ਬੰਦਾ ਵਿਆਕੁਲ ਹੁੰਦਾ ਹੈ ਨਾ, ਅਰਦਾਸ ਕਰੇ ਲਿਵ ਲਾਏ, ਤੇ ਉਹ ਲਿਵ ਲਾ ਕੇ, ਲਗਨ ਲਗਾ ਕੇ ਅਰਦਾਸ ਕਰਦੀ ਹੈ। ਤੇ ਜਦੋਂ ਅਰਦਾਸ ਹੁੰਦੀ ਹੈ, ਰੱਬ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ, ਤੇ ਅਰਦਾਸ ਬੰਦਾ ਉਦੋਂ ਕਰੇਗਾ ਜਦੋਂ ਉਹਦੇ ਮਨ ਦੇ ਅੰਦਰ ਚਾਹਤ ਹੋਏਗੀ, ਉਹਦੇ ਅੰਦਰ ਤਾਂਘ ਪੈਦਾ ਹੋਏਗੀ। ਤੇ ਜਦੋਂ ਅਰਦਾਸ ਕਰਦਾ ਹੈ ਤਾਂ ਸੱਚੇ ਸੁਣਿਆ ਕੰਨ ਦੇ। ਕੰਨ ਦੇ ਦਾ ਮਤਲਬ ਕੰਨ ਦੇ ਕੇ ਧਿਆਨ ਦੇ ਨਾਲ। ਧੀਰਕ ਦੇਵੈ, ਧੀਰਕ ਦਾ ਮਤਲਬ ਧੀਰਜ। ਸਹਿਜ ਸੁਭਾਏ ਦਾ ਮਤਲਬ ਆਪਣੇ ਬਣੇ ਹੋਏ ਸੁਭਾਅ ਮੁਤਾਬਕ। ਤਾਂ ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਅ ਮੁਤਾਬਕ ਪ੍ਰਭੂ ਉਹਦੀ ਅਰਦਾਸ ਨੂੰ ਸੁਣਦਾ ਹੈ ਤੇ ਉਸ ਨੂੰ ਧੀਰਜ ਦਿੰਦਾ ਹੈ। ਧਰਤੀ ਨੂੰ ਧੀਰਜ ਦਿੰਦਾ ਹੈ। ਹੁਣ ਧਰਤੀ ਦਾ ਮਤਲਬ ਜੋ ਲੁਕਾਈ ਹੈ, ਜੋ ਵੀ ਮਨੁੱਖ ਅਰਦਾਸ ਕਰਦਾ ਹੈ, ਜੋ ਵੀ ਮਨੁੱਖ ਵਿਆਕੁਲ ਹੈ, ਉਹਦੀ ਅਰਦਾਸ ਸੁਣੀ ਜਾਂਦੀ ਹੈ ਤੇ ਉਹਨੂੰ ਧੀਰਜ ਮਿਲਦਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ। ਮੰਨ ਲਓ ਮੈਂ ਪਾਪ ਅਪਰਾਧ ਕਮਾ ਕੇ ਦੁਖੀ ਔਰ ਅਸ਼ਾਂਤ ਹਾਂ, ਤੇ ਜਦੋਂ ਮੈਂ ਪਾਪਾਂ ਵਿਕਾਰਾਂ ਤੋਂ ਅਸ਼ਾਂਤ ਹੋ ਜਾਵਾਂ ਤੇ ਮੈਂ ਪ੍ਰਭੂ ਚਰਨਾਂ ਵਿੱਚ ਅਰਦਾਸ ਕਰਾਂ ਕਿ ਹੇ ਪ੍ਰਭੂ ਮੈਨੂੰ ਇਹਨਾਂ ਪਾਪਾਂ ਵਿਕਾਰਾਂ ਤੋਂ ਬਚਾ। ਹੁਣ ਮੇਰੇ ਅੰਦਰ ਇਹਨਾਂ ਪਾਪਾਂ ਨੂੰ ਤਿਆਗਣ ਦੀ ਚਾਹਤ ਪੈਦਾ ਹੋਏਗੀ, ਤਾਂ ਹੀ ਮੈਂ ਇਹ ਅਰਦਾਸ ਕਰਾਂਗਾ, ਤਾਂ ਹੀ ਇਹ ਮੰਗ ਮੰਗਾਂਗਾ। ਤੇ ਜਦੋਂ ਬੰਦਾ ਪ੍ਰਭੂ ਦੇ ਅੱਗੇ ਅਰਦਾਸ ਕਰਦਾ ਹੈ ਤੇ ਰੱਬ ਸਾਡੇ ਅੰਦਰ ਹੀ ਬੈਠਾ ਹੈ, ਅਰਦਾਸ ਸੁਣੀ ਜਾਂਦੀ ਹੈ। ਫਿਰ ਅੰਦਰਲਾ ਕਹਿੰਦਾ ਵੀ ਤੂੰ ਛੱਡ ਦੇ ਗੁਣ ਔਗਣ, ਛੱਡ ਦੇ। ਅੰਦਰ ਹੀ ਬੈਠਾ ਨਾ, ਤਾਂ ਉਹਨੇ ਕਹਿਣਾ ਵੀ ਛੱਡ ਦੇ, ਸ਼ੁਭ ਗੁਣਾਂ ਦੇ ਨਾਲ ਜੁੜ ਜਾ। ਤੇ ਉਹ ਸ਼ੁਭ ਗੁਣਾਂ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਧੀਰਜ ਮਿਲਦਾ ਹੈ, ਉਹਦੇ ਅੰਦਰ ਵਿਲ ਪਾਵਰ ਪੈਦਾ ਹੁੰਦੀ ਹੈ। ਤੇ ਜਦੋਂ ਵਿਲ ਪਾਵਰ ਪੈਦਾ ਹੁੰਦੀ ਹੈ ਤੇ ਬੰਦਾ ਉਹਨਾਂ ਔਗਣਾ ਪਾਪਾਂ ਵਿਕਾਰਾਂ ਨੂੰ ਛੱਡ ਦਿੰਦਾ ਹੈ। ਤਾਂ ਇਸ ਦਾ ਭਾਵ ਇਹ ਹੈ ਕਿ ਅਸੀਂ ਜੇ ਔਗਣਾ ਪਾਪਾਂ ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਗੋਲ ਉੱਚਾ ਸੁੱਚਾ ਬਣਾਉਣਾ ਚਾਹੀਦਾ ਹੈ ਔਰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਤੇ ਅਰਦਾਸ ਇਹ ਗੱਲ ਯਾਦ ਰੱਖਣਾ ਕਿ ਅਰਦਾਸ ਰੱਬ ਦੇ ਨਾਲ ਕੀਤਾ ਹੋਇਆ ਵਾਅਦਾ ਹੈ ਔਰ ਪ੍ਰਭੂ ਤੋਂ ਮੰਗੀ ਹੋਈ ਇੱਕ ਸ਼ਕਤੀ ਹੈ। ਤਾਂ ਜਦੋਂ ਅਸੀਂ ਆਪਣਾ ਗੋਲ ਇਸ ਢੰਗ ਦੇ ਨਾਲ ਬਣਾਵਾਂਗੇ, ਸਾਨੂੰ ਵਿਲ ਪਾਵਰ ਮਿਲੇਗੀ। ਅਸੀਂ ਵਿਕਾਰਾਂ ਤੋਂ ਬਚ ਕੇ
ਸੁਖੀ ਔਰ ਸ਼ਾਂਤ ਹੋ ਸਕਾਂਗੇ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਤੇ ਜਦੋਂ ਧੀਰਜ ਮਿਲਦਾ ਹੈ, ਇੰਦਰੈ ਨੂੰ ਫਰਮਾਇਆ ਉਠਾ ਛੈਬਰ ਲਾਏ। ਮੰਨ ਲਓ ਧਰਤੀ ਦੇ ਉੱਤੇ ਸੋਕਾ ਪਿਆ ਹੋਵੇ ਤੇ ਸੋਕੇ ਪੈ ਦੇ ਉੱਤੇ ਮੀਂਹ ਪੈ ਜਾਏ, ਬੱਦਲ ਆ ਜਾਣ ਤੇ ਬੱਦਲਾਂ ਦੇ ਨਾਲ ਮੀਂਹ ਪੈ ਜਾਏ, ਝੜੀ ਲੱਗ ਜਾਏ, ਤਾਂ ਫਿਰ ਕੀ ਹੁੰਦਾ ਹੈ? ਧਰਤੀ ਦੇ ਉੱਤੇ ਹਰਿਆਵਲ ਹੁੰਦੀ ਹੈ ਤੇ ਅੰਨ ਧਨ ਜੰਮਦਾ ਹੈ। ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਇੰਦਰੈ ਨੂੰ ਫਰਮਾਇਆ ਉਠਾ ਛੈਬਰ ਲਾਏ। ਇੰਦਰ ਨੂੰ ਹੁਕਮ ਕਰਦਾ ਹੈ ਤੇ ਉਹ ਝੜੀ ਲਾ ਕੇ ਵਸਦਾ ਹੈ। ਇੰਦਰ ਦਾ ਮਤਲਬ ਬੱਦਲ, ਬੱਦਲ ਨੂੰ ਹੁਕਮ ਹੋ ਗਿਆ, ਰੱਬੀ ਹੁਕਮ ਦੇ ਅੰਦਰ ਬੱਦਲ ਆ ਗਿਆ। ਤੇ ਛੈਬਰ ਲਾਏ ਦਾ ਮਤਲਬ ਝੜੀ ਲਾ ਕੇ, ਫਿਰ ਉਹ ਝੜੀ ਲਾ ਕੇ ਵਸਦਾ ਹੈ। ਬੱਦਲ ਨੇ ਬਰਸਾਤ ਕੀਤੀ ਤੇ ਜਦੋਂ ਬਰਸਾਤ ਹੁੰਦੀ ਹੈ ਤਾਂ ਗੁਰੂ ਜੀ ਕਹਿੰਦੇ ਨੇ, ਅੰਨ ਧਨ ਉਪਜੈ ਬਹੁ ਘਣਾ, ਕੀਮਤ ਕਹਿਣ ਨਾ ਜਾਏ। ਤਾਂ ਫਿਰ ਬੇਅੰਤ ਅਨਾਜ ਪੈਦਾ ਹੁੰਦਾ ਹੈ ਤੇ ਪ੍ਰਭੂ ਦੀ ਬਖਸ਼ਿਸ਼ ਦਾ ਜਿਹੜਾ ਮੁੱਲ ਹੈ ਉਹ ਨਹੀਂ ਪਾਇਆ ਜਾ ਸਕਦਾ। ਤਾਂ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਆ, ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਂਦੇ ਆ, ਰੱਬੀ ਰਹਿਮਤ ਹੁੰਦੀ ਹੈ ਤੇ ਫਿਰ ਬੱਦਲ ਕਿਹੜਾ ਵਰਸਦਾ ਹੈ? ਇੱਥੇ ਬੱਦਲ ਹੈ ਗੁਰੂ। ਗੁਰੂ ਫਿਰ ਕਿਰਪਾ ਦੀ ਬਰਸਾਤ ਕਰਦਾ ਹੈ, ਗਿਆਨ ਦੀ ਦਾਤ ਦਿੰਦਾ ਹੈ, ਵੇ ਆਫ ਲਾਈਫ ਦਿੰਦਾ ਹੈ। ਤੇ ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ, ਗਿਆਨ ਹੁੰਦਾ ਹੈ, ਤਾਂ ਫਿਰ ਅੰਨ ਧਨ ਉਪਜੇ ਬਹੁ ਘਣਾ, ਕੀਮਤ ਕਹਿਣ ਨਾ ਜਾਏ। ਅੰਦਰ ਫਿਰ ਅੰਨ ਧਨ ਪੈਦਾ ਹੁੰਦਾ ਹੈ, ਭਾਵ ਕਿ ਸ਼ੁਭ ਗੁਣਾਂ ਦੀ ਅੰਦਰ ਫਸਲ ਪੈਦਾ ਹੁੰਦੀ ਹੈ ਔਰ ਉਹਨਾਂ ਸ਼ੁਭ ਗੁਣਾਂ ਤੋਂ ਸੁੱਖ ਮਿਲਦਾ ਹੈ ਜਿਹਦੀ ਕੀਮਤ ਨਹੀਂ ਕਹੀ ਜਾਂਦੀ। ਨਾਨਕ ਨਾਮ ਸਲਾਹ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ। ਸੰਭਾਹੇ ਦਾ ਮਤਲਬ ਅਪੜਾ ਕੇ, ਜੀਆ ਨਹੀਂ ਪੜਨਾ, ਜੀਆਂ ਪੜਨਾ ਹੈ, ਦੇਦਾ ਨਹੀਂ ਪੜਨਾ, ਦੇਂਦਾ ਪੜਨਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ ਆ ਕੇ ਤੂੰ ਪ੍ਰਭੂ ਦੀ ਸਿਫਤ ਸਲਾਹ ਕਰ। ਨਾਮ ਸਲਾਹ ਦਾ ਮਤਲਬ, ਨਾਮ ਦਾ ਮਤਲਬ ਹੁਕਮ, ਕਿ ਤੂੰ ਵੀ ਹੁਕਮ ਦੀ ਸਿਫਤ ਸਲਾਹ ਕਰ, ਹੁਕਮ ਦੇ ਅੰਦਰ ਚੱਲ, ਰੱਬੀ ਗੁਣਾਂ ਦਾ ਧਾਰਨੀ ਹੋ, ਕਿਉਂਕਿ ਉਹ ਸਭ ਜੀਵਾਂ ਨੂੰ ਰਿਜਕ ਅਪੜਾਉਂਦਾ ਹੈ। ਸਾਰਿਆਂ ਜੀਵਾਂ ਨੂੰ ਰਿਜਕ ਰੋਜੀ ਜੀਵਨ ਮਿਲ ਰਿਹਾ ਹੈ ਇਸ ਸੰਸਾਰ 'ਚ ਰੱਬੀ ਹੁਕਮ ਦੇ ਅੰਦਰ। ਤਾਂ ਇਸ ਲਈ ਤੂੰ ਪ੍ਰਭੂ ਦੇ ਹੁਕਮ ਦੀ ਵਡਿਆਈ ਕਰ, ਰੱਬੀ ਹੁਕਮ ਦੀ ਸਿਫਤ ਸਲਾਹ ਕਰ, ਰੱਬੀ ਹੁਕਮ ਦੇ ਅੰਦਰ ਚੱਲ, ਕਿਉਂਕਿ ਰੱਬ ਹੁਕਮ ਦੇ ਅੰਦਰ ਹੀ ਸਾਰਿਆਂ ਨੂੰ ਰਿਜਕ ਰੋਜੀ ਜੀਵਨ ਦੇ ਰਿਹਾ ਹੈ। ਜਿਤ ਖਾਧੈ ਸੁਖ ਉਪਜੈ, ਫਿਰ ਦੁੱਖ ਨਾ ਲਾਗੇ ਆਏ। ਜਿਵੇਂ ਅੰਨ ਧਨ ਬਹੁਤ ਉਪਜਦਾ ਹੈ, ਫਿਰ ਉਸ ਤੋਂ ਬੰਦਾ ਪ੍ਰਸ਼ਾਦਾ ਪਾਣੀ ਬਣਾ ਕੇ ਛਕਦਾ ਹੈ, ਫਿਰ ਬੰਦੇ ਨੂੰ ਭੁੱਖ ਨਹੀਂ ਲੱਗਦੀ, ਉਹਦੀ ਭੁੱਖ ਮਿਟਦੀ ਹੈ। ਤਾਂ ਇਸੇ ਤਰ੍ਹਾਂ ਜਦੋਂ ਗੁਰੂ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ, ਗੁਰਮਤਿ ਆਸ਼ੇ ਅਨੁਸਾਰ ਅਸੀਂ ਜ਼ਿੰਦਗੀ ਜੀਂਦੇ ਹਾਂ, ਸਾਡੇ ਅੰਦਰ ਸਤ ਸੰਤੋਖ ਆਦਿ ਗੁਣ ਪੈਦਾ ਹੁੰਦੇ ਨੇ, ਮਤਲਬ ਅਸੀਂ ਉਹਨਾਂ ਦੀ ਵਰਤੋਂ ਕਰਦੇ ਹਾਂ। ਤਾਂ ਉਹਨਾਂ ਗੁਣਾਂ ਦੀ ਵਰਤੋਂ ਕੀਤਿਆਂ, ਖਾਧੇ ਦਾ ਮਤਲਬ ਉਹਨਾਂ ਗੁਣਾਂ ਦੀ ਵਰਤੋਂ ਕੀਤਿਆਂ ਸੁਖ ਉਪਜੈ, ਫਿਰ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਸੁਖ ਪੈਦਾ ਹੁੰਦਾ ਹੈ। ਤੇ ਜਦੋਂ ਆਤਮਕ ਸੁਖ ਪੈਦਾ ਹੋ ਜਾਏ, ਫਿਰ ਦੁੱਖ ਨਾ ਲਾਗੇ ਆਏ। ਮੁੜ ਕੇ ਦੁੱਖ ਨਹੀਂ ਲੱਗਦੇ, ਕਿਉਂਕਿ ਦੁੱਖ ਵਿਕਾਰਾਂ ਕਰਕੇ ਨੇ ਨਾ। ਤੇ ਜਦੋਂ ਬੰਦਾ ਵਿਕਾਰਾਂ ਨੂੰ ਤਿਆਗ ਕੇ ਗੁਣਾਂ ਦਾ ਧਾਰਨੀ ਹੋ ਜਾਏ, ਤੇ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਸੁਖ ਪੈਦਾ ਹੁੰਦਾ ਹੈ, ਫਿਰ ਮੁੜ ਕੇ ਬੰਦੇ ਨੂੰ ਦੁੱਖ ਨਹੀਂ ਲੱਗਦਾ। ਪੌੜੀ, ਹਰ ਜੀਓ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ। ਸੱਚੇ ਦਾ ਮਤਲਬ ਜੋ ਸੱਚੇ ਨੇ। ਹਰ ਜੀਓ ਸੱਚਾ ਸੱਚ ਤੂੰ, ਕਿ हे ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਔਰ ਤੂੰ ਸੱਚਾ ਹੈ। ਪ੍ਰਭੂ ਸੱਚਾ ਹੈ ਔਰ ਸਦਾ ਕਾਇਮ ਰਹਿਣ ਵਾਲਾ ਹੈ। ਸੱਚੇ ਲਹਿ ਮਿਲਾਏ, ਤੇ ਜਿਹੜੇ ਸੱਚੇ ਇਨਸਾਨ ਹੋ ਜਾਂਦੇ ਨੇ ਨਾ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚੇ ਲਹਿ ਮਿਲਾਏ, ਜੋ ਸੱਚੇ ਹੋ ਜਾਂਦੇ ਨੇ ਮਨ ਬਚਨ ਕਰਮ ਕਰਕੇ, ਉਹਨਾਂ ਨੂੰ ਰੱਬ ਆਪਣੇ ਵਿੱਚ ਮਿਲਾ ਲੈਂਦਾ ਹੈ। ਇਸ ਲਈ ਗੁਰਬਾਣੀ ਦੇ ਅੰਦਰ ਸਾਡੇ ਸਾਹਮਣੇ ਇੱਕ ਸਵਾਲ ਰੱਖਿਆ ਹੈ ਗੋਲ ਦੇਣ ਵਾਸਤੇ। ਸਾਡਾ ਗੋਲ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਣਾ ਹੈ? ਕਿਉਂਕਿ ਰੱਬ ਆਪ ਵੀ ਸਚਿਆਰ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਤੇ ਸਚਿਆਰ ਜਿਹੜਾ ਹੋਏਗਾ ਉਹ ਰੱਬ ਦੇ ਵਿੱਚ ਹੀ ਮਿਲ ਜਾਏਗਾ। ਸੱਚਿਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਣਾ ਹੈ। ਤਾਂ ਇਹਦਾ ਮਤਲਬ ਇਹ ਹੋਇਆ, ਜੇ ਅਸੀਂ ਰੱਬ ਨਾਲ ਮਿਲਣਾ ਚਾਹੁੰਦੇ ਹਾਂ, ਰੱਬ ਨੂੰ ਪਾਣਾ ਚਾਹੁੰਦੇ ਹਾਂ, ਰੱਬ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ, ਕੋਈ ਵੀ ਸ਼ਬਦ ਵਰਤ ਲਓ ਜਿਸ ਸ਼ਬਦਾਵਲੀ ਦੇ ਨਾਲ ਸਮਝ ਆ ਜਾਏ, ਤਾਂ ਫਿਰ ਉਹਦੇ ਵਾਸਤੇ ਇੱਕ ਹੀ ਨਿਯਮ ਹੈ ਕਿ ਅਸੀਂ ਸੱਚੇ ਹੋਈਏ, ਮਨ ਬਚਨ ਔਰ ਕਰਮ ਕਰਕੇ। ਸੱਚ ਦੇ ਧਾਰਨੀ ਹੋ ਜਾਓ, ਰੱਬ ਆਪ ਤੁਹਾਨੂੰ ਨਾਲ ਮਿਲਾ ਲਏਗਾ।
ਕਿਉਂਕਿ ਰੱਬ ਸੱਚਾ ਹੈ, ਸੱਚਿਆਂ ਨੂੰ ਮਿਲਾਉਂਦਾ ਹੈ। ਤਾਂ ਇਹਦਾ ਮਤਲਬ ਸੱਚੇ ਰਾਹ ਤੇ ਤੁਰਨਾ ਹੀ ਪ੍ਰਭੂ ਦੀ ਭਗਤੀ ਔਰ ਬੰਦਗੀ ਹੈ। ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲਿਆ ਜਾਏ। ਦੂਜੇ ਦਾ ਮਤਲਬ ਹੈਗਾ ਪ੍ਰਭੂ ਨੂੰ ਛੱਡ ਕੇ ਜੋ ਹੋਰ ਪਾਸੇ ਲੱਗਾ ਹੋਇਆ ਹੈ, ਜਿਹਦੇ ਅੰਦਰ ਦ્વੈਤ ਹੈ, ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਜਿਹਦੇ ਵਿੱਚ ਮੇਰ ਤੇਰ ਦੇ ਵਿਤਕਰੇ ਨੇ, ਜਿਹਨੇ ਰੱਬੀ ਗੁਣਾਂ ਨੂੰ ਛੱਡ ਦਿੱਤਾ ਹੈ, ਦ્વੈਤ ਵਿੱਚ ਲੱਗਾ ਹੋਇਆ ਹੈ। ਦੂਜੀ ਤਰਫ ਦਾ ਮਤਲਬ ਪਾਸਾ। ਜਿਹੜੇ ਦ્વੈਤ ਵਿੱਚ ਲੱਗੇ ਨੇ ਉਹਨਾਂ ਦਾ ਪਾਸਾ ਸੱਚ ਤੋਂ ਦੂਜੇ ਪਾਸੇ ਦਾ, ਉਹ ਦੂਜੇ ਪਾਸੇ ਜਾ ਰਹੇ ਨੇ। ਦੂਜੇ ਪਾਸੇ ਦਾ ਮਤਲਬ ਜਿਹਨੂੰ ਅਸੀਂ ਪੰਜਾਬੀ ਵਿੱਚ ਪੁੱਠੇ ਵੀ ਕਹਿ ਦਿੰਦੇ ਹਾਂ, ਪੁੱਠੇ ਪਾਸੇ ਜਾ ਰਹੇ ਨੇ, ਸੱਚ ਤੋਂ ਦੂਜੇ ਪਾਸੇ। ਕੂੜ ਮਿਲੇ ਨਾ ਮਿਲਿਆ ਜਾਏ। ਕੂੜ ਦਾ ਮਤਲਬ ਕੂੜ ਵਿੱਚ ਲੱਗਿਆ, ਮਾਇਆ ਮੋਹ ਵਿੱਚ ਲੱਗਿਆ, ਝੂਠ ਵਿੱਚ ਲੱਗਿਆ। ਨਾ ਤਾਂ ਰੱਬ ਮਿਲਦਾ ਹੈ ਤੇ ਨਾ ਕੂੜ ਵਿੱਚ ਲੱਗਿਆ ਮਿਲਿਆ ਹੀ ਜਾ ਸਕਦਾ ਹੈ। ਦੇਖੋ, ਸੱਚ ਦਾ ਹੀ ਰੱਬ ਵਿੱਚ ਮਿਲ ਸਕਦੇ ਆ, ਸੱਚੇ ਇਨਸਾਨ ਨੂੰ ਪ੍ਰਭੂ ਮਿਲ ਪੈਂਦਾ ਹੈ। ਲੇਕਿਨ ਕੂੜ ਵਿੱਚ ਲੱਗਾ ਨਾ ਮਿਲਿਆ ਜਾਂਦਾ ਹੈ, ਨਾ ਹੀ ਰੱਬ ਮਿਲ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸੱਚ ਨਾਲੋਂ ਟੁੱਟੇ ਨੇ ਉਹਨਾਂ ਦਾ ਸਾਈਡ ਦੂਜੀ ਹੈ, ਉਹ ਪੁੱਠੇ ਪਾਸੇ ਜਾ ਰਹੇ ਨੇ, ਝੂਠ ਵਾਲੇ ਪਾਸੇ ਜਾ ਰਹੇ ਨੇ, ਤੇ ਕੂੜ ਔਰ ਝੂਠ ਦੇ ਅੰਦਰ ਲੱਗਿਆ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਹੁਣ ਸਵਾਲ ਹੋਏਗਾ ਕਿ ਫਿਰ ਜਿਹੜੇ ਵਿਛੜੇ ਨੇ ਕੀ ਉਹ ਸदैव ਵਿਛੜੇ ਹੀ ਰਹਿਣਗੇ, ਜਾਂ ਉਹਨਾਂ ਵਾਸਤੇ ਵੀ ਕੋਈ ਚਾਂਸ ਹੈ, ਕੋਈ ਰਾਸਤਾ ਹੈ? ਤਾਂ ਗੁਰੂ ਜੀ ਕਹਿੰਦੇ ਨੇ ਹਾਂ, ਰਾਸਤਾ ਤਾਂ ਹੈ, ਸੰਭਾਵਨਾ ਤਾਂ ਹੈ। ਜਿਵੇਂ ਅਸੀਂ ਆਪਣੇ ਡੈਸਟੀਨੇਸ਼ਨ ਨਾਲ ਵੱਧਦੇ ਹਾਂ, ਜੇ ਕਿਤੇ ਕੋਈ ਗਲਤ ਡਾਇਰੈਕਸ਼ਨ ਲੈ ਲਈਏ, ਕੋਈ ਗਲਤ ਐਗਜ਼ਿਟ ਲੈ ਲਿਆ ਹੈ, ਤਾਂ ਜਿੱਥੇ ਜਾ ਕੇ ਪਤਾ ਲੱਗੇ ਕਿ ਅਸੀਂ ਤਾਂ 100 200 ਜਾਂ 400 ਕਿਲੋਮੀਟਰ ਆਪਣੀ ਮੰਜ਼ਿਲ ਤੋਂ ਦੂਜੇ ਪਾਸੇ ਆ ਗਏ ਹਾਂ, ਤਾਂ ਇਹਦਾ ਮੀਨਿੰਗ ਇਹ ਨਹੀਂ ਕਿ ਹੁਣ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ। ਪਹੁੰਚ ਸਕਦੇ ਹਾਂ, ਟਾਈਮ ਲੱਗੇਗਾ, ਯੂ ਟਰਨ ਲੈਣਾ ਪਵੇਗਾ। ਯੂ ਟਰਨ ਲੈ ਲਓ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ। ਇਸੇ ਤਰ੍ਹਾਂ ਜੇ ਕੋਈ ਝੂਠ ਫਰੇਬ ਦੇ ਵਿੱਚ ਲੱਗ ਗਿਆ ਹੈ, ਜ਼ਿੰਦਗੀ ਬਿਤਾ ਲਈਏ 40 ਸਾਲ 50 ਸਾਲ 60 ਸਾਲ, ਕਿੰਨੀ ਵੀ 20 ਸਾਲ 10 ਸਾਲ, ਤੇ ਜਿੰਨੀ ਏਜ ਵਿੱਚ ਜਾ ਕੇ ਜਿਸ ਵੀ ਸਮੇਂ ਪਤਾ ਲੱਗ ਗਿਆ ਕਿ ਮੈਂ ਜ਼ਿੰਦਗੀ ਗਲਤ ਰਾਹ ਤੇ ਜਾ ਰਿਹਾ ਜੀਵਨ ਦੇ, ਤਾਂ ਉੱਥੋਂ ਯੂ ਟਰਨ ਲੈ ਲਓ, ਉੱਥੋਂ ਸੱਚ ਵਾਲੇ ਪਾਸੇ ਚੱਲ ਪੋ, ਜ਼ਿੰਦਗੀ ਬਦਲ ਜਾਏਗੀ। ਤਾਂ ਆਪੇ ਜੋੜ ਵਿਛੋੜਿਆ ਦਾ ਮਤਲਬ ਵਿਛੜੇ ਹੋਏ ਨੂੰ, ਆਪੇ ਜੋੜ ਦਾ ਮਤਲਬ ਪ੍ਰਭੂ ਆਪ ਹੀ ਜੋੜਦਾ ਹੈ। ਪ੍ਰਭੂ ਵਿਛੋੜੇ ਹੋਏ ਜੀਵ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਕੁਦਰਤ ਦੇ ਦਿਖਾਏ ਤੇ ਆਪਣੀ ਕੁਦਰਤ ਵਿੱਚ ਰਾਸਤਾ ਵਿਖਾ ਦਿੰਦਾ ਹੈ। ਆਪਣੀ ਕੁਦਰਤ ਰਾਹੀਂ, ਕੁਦਰਤ ਦਾ ਮਤਲਬ ਇੱਥੇ ਭਾਣੇ ਰਾਹੀਂ, ਰਜ਼ਾ ਰਾਹੀਂ, ਆਪਣੀ ਰਜ਼ਾ ਦੇ ਅੰਦਰ, ਕੁਦਰਤ ਦਾ ਮਤਲਬ ਸ਼ਕਤੀ ਲੈ ਲਓ, ਤਾਕਤ ਲੈ ਲਓ, ਭਾਣਾ, ਤਾਂ ਆਪਣੇ ਭਾਣੇ ਦੇ ਅੰਦਰ ਆਪ ਹੀ ਰਾਸਤਾ ਵਿਖਾ ਦਿੰਦਾ ਹੈ ਤੇ ਵਿਛੋੜਿਆ ਹੋਇਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਹਦਾ ਮਤਲਬ ਜੇ ਕੋਈ ਭਾਣੇ ਤੋਂ ਉਲਟ ਚੱਲ ਰਿਹਾ ਹੈ ਤੇ ਜੇ ਉਹ ਰਜ਼ਾ ਭਾਣੇ ਵਿੱਚ ਤੁਰਨ ਲੱਗ ਜਾਏ ਤਾਂ ਆਪਣੇ ਭਾਣੇ ਰਾਹੀਂ ਆਪਣੇ ਨਾਲੋਂ ਵਿਛੜਿਆ ਹੋਇਆਂ ਨੂੰ ਆਪ ਹੀ ਨਾਲ ਮਿਲਾ ਲੈਂਦਾ ਹੈ। ਮੋਹ ਸੋਗ ਵਿਜੋਗ ਹੈ, ਪੂਰਬ ਲਿਖਿਆ ਕਮਾਏ। ਪੂਰਬ ਲਿਖਿਆ ਦਾ ਮਤਲਬ ਪਹਿਲੋਂ ਦਾ, ਪਿਛਲੇ ਸਮੇਂ ਵਿੱਚ, ਪਾਸਟ ਦੇ ਅੰਦਰ ਜੋ ਅਸੀਂ ਜ਼ਿੰਦਗੀ ਜੀ ਚੁੱਕੇ ਹਾਂ। ਕੂੜ ਵਿੱਚ ਜੋ ਲੱਗੇ ਹੋਏ ਇਨਸਾਨ ਨੇ, ਉਹਨਾਂ ਦੇ ਵਿੱਚ ਤਿੰਨ ਚੀਜ਼ਾਂ ਨੇ, ਮੋਹ ਸੋਗ ਵਿਜੋਗ ਹੈ। ਇੱਕ ਤਾਂ ਉਹਨਾਂ ਦੇ ਅੰਦਰ ਮੋਹ ਹੈ, ਸੈਲਫਿਸ਼ਨੈਸ ਹੈ। ਦੂਜਾ ਉਹਨਾਂ ਦੇ ਅੰਦਰ ਸੋਗ ਹੈ, ਸੋਗ ਦਾ ਮਤਲਬ ਚਿੰਤਾ। ਤੇ ਤੀਜਾ ਹੈ ਵਿਜੋਗ, ਵਿਜੋਗ ਦਾ ਮਤਲਬ ਵਿਛੋੜਾ। ਜਿਹੜੇ ਕੂੜ ਵਿੱਚ ਲੱਗੇ ਨੇ ਉਹਨਾਂ ਦੇ ਜੀਵਨ ਦੀ ਨਿਸ਼ਾਨੀ ਹੈ ਕਿ ਉਹ ਸੈਲਫਿਸ਼ ਹੋਣਗੇ, ਉਹਨਾਂ ਦੇ ਅੰਦਰ ਮੋਹ ਹੋਵੇਗਾ, ਮੋਹ ਦੀ ਉਹ ਪਕੜ ਵਿੱਚ ਨੇ। ਤੇ ਯਾਦ ਰੱਖਣ ਵਾਲੀ ਚੀਜ਼ ਹੈ, ਜਿੱਥੇ ਮੋਹ ਹੋਵੇ ਨਾ ਉੱਥੇ ਫਿਰ ਮਹਾਭਾਰਤ ਵਰਗੇ ਵੱਡੇ ਯੁੱਧ ਹੁੰਦੇ ਨੇ। ਮੋਹ ਔਰ ਸਵਾਰਥ ਕਰਕੇ ਫਿਰ ਆਪਣੇ ਹੀ ਆਪਣਿਆਂ ਨੂੰ ਮਾਰਦੇ ਨੇ, ਆਪਣੇ ਹੀ ਆਪਣਿਆਂ ਨੂੰ ਕਤਲ ਕਰਦੇ ਨੇ, ਆਪਣੇ ਹੀ ਆਪਿਆਂ ਦਾ ਹੱਕ ਖਾਂਦੇ ਨੇ। ਤੇ ਜਿੱਥੇ ਕੂੜ ਹੈ ਉੱਥੇ ਸੋਗ ਵੀ ਹੋਏਗਾ, ਉੱਥੇ ਚਿੰਤਾ ਵੀ ਹੋਏਗੀ, ਕਿਉਂਕਿ ਮੇਰਾ ਫਲਾਂ ਝੂਠ ਨਾ ਫੜਿਆ ਜਾਏ, ਐਸ ਚੋਰੀ ਦਾ ਪਤਾ ਨਾ ਲੱਗ ਜਾਏ, ਦੂਜੀ ਦਾ ਨਾ ਪਤਾ ਲੱਗ ਜਾਏ। ਤੇ ਜਿੱਥੇ ਕੂੜ ਹੋਵੇਗਾ ਉੱਥੇ ਵਿਛੋੜਾ ਵੀ ਹੋਏਗਾ। ਝੂਠਾ ਬੰਦਾ ਰੱਬ ਨਾਲ ਥੋੜੀ ਮਿਲ ਸਕਦਾ। ਜਿਹੜੇ ਸਾਡੇ ਆਪਣੇ ਦੁਨਿਆਵੀ ਰਿਸ਼ਤੇ ਨੇ, ਧੀਆਂ ਪੁੱਤਰਾਂ ਭੈਣਾਂ ਭਰਾਵਾਂ ਦੇ, ਸੱਜਣਾ ਮਿੱਤਰਾਂ ਦੇ, ਇੱਥੇ ਵੀ ਮੇਲ ਮਿਲਾਪ ਤਾਂ ਹੀ ਰਹਿ ਸਕਦਾ ਜੇ ਅਸੀਂ ਸੱਚੇ ਔਰ ਇਮਾਨਦਾਰ ਹਾਂ, ਨਹੀਂ ਤਾਂ ਇਹ ਰਿਸ਼ਤੇ ਵੀ ਟੁੱਟ ਜਾਂਦੇ ਨੇ, ਇੱਥੇ ਵੀ ਵਿਛੋੜਾ ਵਿਆਪ ਜਾਂਦਾ ਹੈ।
ਤਾਂ ਕੂੜ ਵਿੱਚ ਲੱਗੇ ਬੰਦੇ ਨੂੰ ਮੋਹ, ਚਿੰਤਾ, ਵਿਛੋੜਾ ਵਿਆਪਦਾ ਹੈ। ਪਰ ਇਹ ਵਿਆਪ ਕਿਉਂ ਰਿਹਾ ਹੈ? ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਕੋਈ ਹੋਰ ਨਹੀਂ ਹੈ। ਉਹਦਾ ਰੀਜ਼ਨ ਹੈ ਪੂਰਬ ਲਿਖਿਆ ਕਮਾਏ। ਪੂਰਬ ਦਾ ਮਤਲਬ ਬੀਤ ਗਏ ਸਮੇਂ ਅੰਦਰ, ਪਾਸਟ ਦੇ ਅੰਦਰ ਜੋ ਅਸੀਂ ਲਿਖਿਆ ਹੈ ਆਪਣੇ ਅੰਦਰ। ਲਿਖਣ ਦਾ ਮਤਲਬ ਜੋ ਅਸੀਂ ਸੋਚਿਆ, ਜੋ ਅਸੀਂ ਬੋਲਿਆ, ਉਹ ਸਾਡੇ ਅੰਦਰ ਸੰਸਕਾਰ ਪੈਦਾ ਹੁੰਦੇ ਚਲੇ ਗਏ। ਸਾਡਾ ਸੁਭਾਅ ਬਣ ਗਿਆ, ਸਾਡੀਆਂ ਆਦਤਾਂ ਬਣ ਗਈਆਂ। ਉਹਨਾਂ ਆਦਤਾਂ ਮੁਤਾਬਕ ਅਸੀਂ ਜ਼ਿੰਦਗੀ ਜੀ ਰਹੇ ਹਾਂ ਤੇ ਉਹਨਾਂ ਦਾ ਹੀ ਫਲ ਮਿਲ ਰਿਹਾ ਹੈ। ਤੇ ਜੇ ਹੁਣ ਵੀ ਅਸੀਂ ਇਸ ਲੇਖ ਨੂੰ ਨਾ ਬਦਲਿਆ, ਸੁਭਾਅ ਨੂੰ ਨਾ ਬਦਲਿਆ, ਤੇ ਆਉਣ ਵਾਲੇ ਟਾਈਮ ਵਿੱਚ ਵੀ ਸਾਨੂੰ ਇਹ ਮਿਲਦਾ ਰਹੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਵੇਂ ਦਾ ਕਿਸੇ ਨੇ ਆਪਣੇ ਅੰਦਰ ਸੰਸਕਾਰ ਲਿਖੇ ਨੇ, ਉਹਨਾਂ ਲਿਖੇ ਸੰਸਕਾਰਾਂ ਮੁਤਾਬਕ ਬੰਦਾ ਕੂੜ ਵਿੱਚ ਲੱਗਿਆ ਰਹਿੰਦਾ ਹੈ ਤੇ ਕੂੜ ਦੇ ਕਾਰਨ ਮੋਹ, ਸੋਗ, ਵਿਜੋਗ ਉਹਨੂੰ ਵਿਆਪਦਾ ਰਹਿੰਦਾ ਹੈ ਔਰ ਬੰਦਾ ਦੁਖੀ ਤੇ ਅਸ਼ਾਂਤ ਹੋਈ ਜਾਂਦਾ ਹੈ। ਹਉ ਬਲਿਹਾਰੀ ਤਿਨ ਕਉ, ਜੋ ਹਰ ਚਰਣੀ ਰਹਿ ਲਿਵ ਲਾਏ। ਇੱਥੇ ਲਿਵ ਦਾ ਮਤਲਬ ਸਮਾਧੀ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਇੰਜ ਬੈਠੇ ਨੇ। ਇੱਥੇ ਲਿਵ ਦਾ ਮਤਲਬ ਹੈ ਲਗਨ। ਗੁਰੂ ਜੀ ਕਹਿੰਦੇ ਨੇ, ਮੈਂ ਉਹਨਾਂ ਮਨੁੱਖਾਂ ਤੋਂ, ਇਸਤਰੀ ਪੁਰਸ਼ਾਂ ਤੋਂ ਕੁਰਬਾਨ ਵਾਰਨੇ ਸਦਕੇ ਹਾਂ ਜੋ ਰੱਬੀ ਚਰਨਾਂ ਦੇ ਅੰਦਰ ਆਪਣੀ ਲਗਨ ਲਗਾਈ ਰੱਖਦੇ ਨੇ। ਰੱਬ ਦੇ ਚਰਨ ਕਿਹੜੇ ਨੇ? ਰੱਬ ਦੇ ਗੁਣ, ਰੱਬ ਦੀ ਰਜ਼ਾ, ਸਤ, ਸੰਤੋਖ, ਦਇਆ, ਧਰਮ ਆਦਿਕ ਜਿਹੜੇ ਗੁਣ ਨੇ, ਨਿਰਭੈਤਾ, ਨਿਰਵੈਰਤਾ ਹੈ, ਜੋ ਇਹਨਾਂ ਵਿੱਚ ਆਪਣੀ ਲਗਨ ਲਗਾਈ ਰੱਖਦੇ ਨੇ। ਹਰ ਵਕਤ ਗੁਣਾਂ ਬਾਰੇ ਸੋਚਦੇ ਨੇ, ਗੁਣਾਂ ਬਾਰੇ ਬੋਲਦੇ ਨੇ, ਗੁਣਾਂ ਵਾਲੀ ਗੱਲ ਕਰਦੇ ਨੇ। ਰੱਬੀ ਰਜ਼ਾ ਬਾਰੇ ਸੋਚਦੇ ਨੇ, ਰਜ਼ਾ ਬਾਰੇ ਬੋਲਦੇ ਨੇ, ਰਜ਼ਾ ਦੇ ਵਿੱਚ ਜ਼ਿੰਦਗੀ ਜੀਂਦੇ ਨੇ। ਉਹਨਾਂ ਦੇ ਮਨ ਵਿੱਚ ਵੀ ਪਿਆਰ ਔਰ ਇਮਾਨਦਾਰੀ ਹੈ। ਉਹਨਾਂ ਦੇ ਬੋਲਾਂ ਵਿੱਚ ਵੀ ਪਿਆਰ, ਇਮਾਨਦਾਰੀ ਹੈ। ਉਹਨਾਂ ਦੇ ਬਿਹੇਵੀਅਰ ਵਿੱਚ ਵੀ ਇਮਾਨਦਾਰੀ ਹੈ। ਉਹਨਾਂ ਦੀ ਹਮੇਸ਼ਾ ਲਗਨ ਲੱਗੀ ਹੈ, ਉਹਨਾਂ ਦੇ ਅੰਦਰ ਕੰਟੀਨਿਊਟੀ ਹੈ ਇਹਨਾਂ ਚੀਜ਼ਾਂ ਦੀ। ਗੁਰੂ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਵਾਰਨੇ ਸਦਕੇ ਔਰ ਬਲਿਹਾਰ ਹਾਂ, ਜੋ ਰੱਬੀ ਚਰਨਾਂ ਵਿੱਚ ਯਾਨੀ ਰੱਬੀ ਗੁਣਾਂ ਵਿੱਚ ਆਪਣੀ ਲਿਵ ਲਗਾਈ ਰੱਖਦੇ ਨੇ। ਜੋ ਰੱਬੀ ਗੁਣਾਂ ਦੇ ਨਾਲ ਲਿਵ ਲਗਾਉਂਦੇ ਨੇ ਜਾਂ ਜੋ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਉਹਨਾਂ ਦੀ ਜ਼ਿੰਦਗੀ ਕੈਸੀ ਹੈ? ਜਿਉਂ ਜਲ ਮਹਿ ਕਮਲ ਅਲਿਪਤ ਹੈ, ਐਸੀ ਬਣਤ ਬਣਾਏ। ਪ੍ਰਭੂ ਨੇ ਐਸੀ ਬਣਤ ਬਣਾਈ ਹੋਈ ਹੈ, ਐਸੀ ਰਚਨਾ ਰਚੀ ਹੋਈ ਹੈ ਕਿ ਜੋ ਪ੍ਰਭੂ ਦੇ ਚਰਨਾਂ ਨਾਲ, ਰੱਬੀ ਗੁਣਾਂ ਨਾਲ ਜੁੜੇ ਰਹਿੰਦੇ ਨੇ, ਉਹ ਇੰਜ ਜ਼ਿੰਦਗੀ ਜੀਂਦੇ ਨੇ ਜਿਵੇਂ ਪਾਣੀ ਦੇ ਵਿੱਚ ਕਮਲ ਅਲੇਪ ਰਹਿੰਦਾ ਹੈ। ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੀ ਹੈ। ਦੇਖੋ, ਚਿੱਕੜ ਹੈ, ਸਾਰੇ ਪਿੰਡ ਦੀ ਗੰਦਗੀ ਛੱਪੜ ਦੇ ਵਿੱਚ ਹੈ, ਲੇਕਿਨ ਕਮਲ ਦਾ ਫੁੱਲ ਵੀ ਉਸ ਗੰਦੇ ਛੱਪੜ ਵਿੱਚ ਖਿੜਿਆ ਹੋਇਆ ਹੈ। ਉਹਦੇ ਅੰਦਰ ਕੋਮਲਤਾ ਹੈ, ਉਹਦੇ ਅੰਦਰ ਸੁਗੰਧ ਹੈ, ਉਹਦੇ ਅੰਦਰ ਮਕਰੰਦ ਰਸ ਹੈ ਔਰ ਉਹਦੇ ਅੰਦਰ ਸੁੰਦਰਤਾ ਹੈ। ਤੇ ਚਿੱਕੜ ਵੀ ਉਹਨੂੰ ਨਹੀਂ ਲੱਗਦਾ ਚਿੱਕੜ ਤੋਂ ਅਲੇਪ ਹੈ, ਪਾਣੀ ਤੋਂ ਅਲੇਪ ਹੈ, ਪਾਣੀ ਦੇ ਵਿੱਚ ਡੁੱਬਦਾ ਨਹੀਂ। ਲਹਿਰਾਂ ਪਛਾੜਦੀਆਂ ਨੇ ਉਸ ਕਮਲ ਦੇ ਫੁੱਲ ਨੂੰ, ਪਰ ਕਮਲ ਦਾ ਫੁੱਲ ਡੁੱਬਦਾ ਨਹੀਂ। ਇਸੇ ਤਰ੍ਹਾਂ ਜਿਨ੍ਹਾਂ ਨੇ ਪ੍ਰਭੂ ਚਰਨਾਂ ਨਾਲ ਆਪਣੀ ਪ੍ਰੀਤ ਬਣਾਈ ਹੁੰਦੀ ਹੈ, ਜਿਨ੍ਹਾਂ ਨੇ ਆਪਣਾ ਗੋਲ ਉੱਚਾ ਸੁੱਚਾ ਬਣਾਇਆ ਹੋਇਆ ਹੈ ਰੱਬੀ ਰਜ਼ਾ ਨੂੰ, ਰਹਿੰਦੇ ਇਸ ਸੰਸਾਰ ਵਿੱਚ ਨੇ। ਦੁੱਖਾਂ ਸੁੱਖਾਂ ਦੀਆਂ ਪਛਾੜਾਂ ਉਹਨਾਂ ਨੂੰ ਵੀ ਵੱਜਦੀਆਂ ਨੇ, ਪਰ ਉਹ ਦੁੱਖਾਂ ਔਰ ਸੁੱਖਾਂ ਤੋਂ ਮੁਕਤ ਹੁੰਦੇ ਨੇ। ਉਹ ਆਪਣੇ ਜੀਵਨ ਵਿੱਚ ਚਿੱਕੜ ਲੱਗਣ ਨਹੀਂ ਦਿੰਦੇ। ਈਰਖਾ, ਦਵੈਸ਼, ਵੈਰ, ਵਿਰੋਧ ਵਿੱਚ ਉਹ ਲਿਬੜਦੇ ਨਹੀਂ। ਮੋਹ ਤੋਂ ਉੱਤੇ ਹੁੰਦੇ ਨੇ, ਸੈਲਫਿਸ਼ਨੈਸ ਤੋਂ ਉੱਤੇ ਹੁੰਦੇ ਨੇ। ਉਹ ਨਿਰਲੇਪ ਰਹਿੰਦੇ ਨੇ, ਯਾਨੀ ਉਹ ਅਵਗੁਣਾਂ ਨੂੰ ਛੱਡ ਕੇ ਸਿਰਫ ਗੁਣਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ। ਉਹਨਾਂ ਦੇ ਅੰਦਰ ਵੀ ਕੋਮਲਤਾ ਹੈ, ਉਹਨਾਂ ਦੇ ਅੰਦਰ ਸ਼ੁਭ ਗੁਣਾਂ ਦੀ ਸੁਗੰਧ ਹੈ, ਉਹਨਾਂ ਦੀ ਮਾਨਸਿਕਤਾ ਬੜੀ ਸੋਹਣੀ ਹੈ। ਸੇ ਸੁਖੀਏ ਸਦਾ ਸੋਹਣੇ, ਜਿਨ ਵਿੱਚੋਂ ਆਪ ਗਵਾਏ। ਆਪ ਦਾ ਮਤਲਬ ਆਪਾ ਭਾਵ। ਉਹ ਇਨਸਾਨ ਸੁਖੀ ਨੇ ਔਰ ਸੋਹਣੇ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਗਵਾ ਲਿਆ ਹੈ, ਜਿਨ੍ਹਾਂ ਨੇ ਆਪਣਾ ਆਪਾ ਭਾਵ ਗਵਾ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚੋਂ ਵਖਰੇਵੇਂ ਖਤਮ ਕਰ ਲਏ ਨੇ, ਆਪਣੀ ਮੱਤ ਛੱਡ ਕੇ ਜੋ ਰੱਬੀ ਰਜ਼ਾ ਵਿੱਚ ਚੱਲਦੇ ਨੇ, ਉਹ ਇਨਸਾਨ ਸੁਖੀ ਨੇ। ਹੁਣ ਦੇਖੋ, ਸੁਖੀ ਰਹਿਣਾ ਕਿੰਨਾ ਸੌਖਾ ਹੈ। ਰੱਬੀ ਰਜ਼ਾ ਵਿੱਚ ਜੇ ਹਰ ਬੰਦਾ ਚੱਲੇ, ਸ਼ੁਭ ਗੁਣਾਂ ਦੇ ਨਾਲ ਜੁੜੇ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਤਾਂ ਹਰ ਇਨਸਾਨ ਸੁਖੀ ਹੋ ਸਕਦਾ ਹੈ। ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਮੇਰੀ ਗੱਲ ਮੰਨੋ
ਕਲਾਸ ਵਾਲੇ ਵੀਰ ਭੈਣਾਂ, ਜੇ ਤੁਸੀਂ ਮੇਰੀ ਗੱਲ ਮੰਨੋ ਤਾਂ ਹੋ ਸਕਦਾ ਹੈ ਤੁਹਾਡੀ ਈਗੋ ਨੂੰ ਕੋਈ ਪ੍ਰੋਬਲਮ ਆਏ ਵੀ ਅਸੀਂ ਇਸ ਭਾਈ ਦੀ ਗੱਲ ਕਿਉਂ ਮੰਨੀਏ, ਕਿ ਅਸੀਂ ਸਿਆਣੇ ਆ, ਪੜ੍ਹੇ ਲਿਖੇ ਆ, ਅਸੀਂ ਇਹਦੀ ਗੱਲ ਕਿਉਂ ਮੰਨੀਏ। ਤੁਹਾਡੀ ਈਗੋ ਤੁਹਾਡੀ ਹਉਮੈ ਰਾਸਤੇ ਵਿੱਚ ਅੜ ਸਕਦੀ ਹੈ, ਤੁਹਾਡੀ ਹਉਮੈ ਨੂੰ ਸੱਟ ਲੱਗ ਸਕਦੀ ਹੈ। ਗੱਲ ਕਿਉਂ ਮੰਨਾਂ, ਮੈਂ ਇਹਨਾਂ ਲੋਕਾਂ ਦੀ ਗੱਲ ਕਿਉਂ ਮੰਨਾਂ, ਮੇਰੀ ਵੀ ਈਗੋ ਰਾਸਤੇ ਵਿੱਚ ਅੜ ਸਕਦੀ ਹੈ ਤੇ ਸਾਡੀ ਦੂਰੀ ਵਧੇਗੀ। ਲੇਕਿਨ ਜੇ ਅਸੀਂ ਸਾਰੇ ਵੀਰ ਭੈਣਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੀਏ ਤਾਂ ਨਾ ਤੁਹਾਡੀ ਈਗੋ ਨੂੰ ਚੋਟ ਲੱਗਣੀ ਹੈ, ਨਾ ਮੇਰੀ ਨੂੰ, ਕਿਉਂਕਿ ਗੁਰੂ ਤਾਂ ਸਾਡਾ ਸਾਰਿਆਂ ਦਾ ਗੁਰੂ ਹੈ। ਗੁਰੂ ਦਾ ਸਤਕਾਰ ਮਾਣ ਤੇ ਸਾਰਿਆਂ ਦਾ ਮਾਣ ਸਤਕਾਰ ਹੈ। ਗੁਰੂ ਤਾਂ ਸਾਰਿਆਂ ਦਾ ਜੀਵਨ ਹੈ। ਗੁਰੂ ਅੱਗੇ ਝੁਕਣਾ, ਗੁਰੂ ਦੀ ਗੱਲ ਮੰਨਣੀ ਮੇਰਾ ਵੀ ਹੱਕ ਹੈ, ਤੁਹਾਡਾ ਵੀ ਹੱਕ ਹੈ, ਮੇਰਾ ਵੀ ਫਰਜ਼ ਹੈ, ਤੁਹਾਡਾ ਵੀ ਫਰਜ਼ ਹੈ। ਤਾਂ ਹੁਣ ਫਿਰ ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਸਾਰੇ ਇੱਕ ਫੈਸਲਾ ਕਰ ਲਈਏ ਕਿ ਅਸੀਂ ਸਾਰੇ ਵੀਰਾਂ ਭੈਣਾਂ ਨੇ ਨਾ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ। ਤਾਂ ਹੁਣ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਵਿੱਚ ਨਾ ਤੁਹਾਨੂੰ ਕੋਈ ਪ੍ਰੋਬਲਮ ਹੈ, ਨਾ ਮੈਨੂੰ, ਨਾ ਤੁਹਾਡੀ ਈਗੋ ਨੂੰ ਚੋਟ ਲੱਗਣੀ, ਨਾ ਮੇਰੀ ਨੂੰ। ਤੇ ਜੇ ਤੁਸੀਂ ਵੀ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ ਤੇ ਮੈਂ ਵੀ, ਤੁਹਾਡੀ ਬੋਲਬਾਣੀ ਵੀ ਗੁਰਬਾਣੀ ਅਨੁਸਾਰ ਹੋਏ, ਮੇਰੀ ਵੀ, ਤੁਹਾਡੀ ਸੋਚ ਵੀ ਗੁਰਬਾਣੀ ਅਨੁਸਾਰ ਹੋਏ, ਮੇਰੀ ਸੋਚ ਵੀ, ਤੁਹਾਡਾ ਬਿਹੇਵੀਅਰ ਵੀ ਗੁਰਬਾਣੀ ਮੁਤਾਬਕ ਹੋਏ, ਮੇਰਾ ਬਿਹੇਵੀਅਰ ਵੀ, ਤਾਂ ਸੁੱਖ ਹੋ ਗਿਆ ਨਾ, ਸ਼ਾਂਤੀ ਹੋ ਗਈ, ਹਉਮੈ ਖਤਮ ਹੋ ਗਈ ਨਾ। ਇਹਨੂੰ ਕਹਿੰਦੇ ਨੇ ਆਪਾ ਗਵਾਣਾ, ਇਹਨੂੰ ਕਹਿੰਦੇ ਨੇ ਜਿਨ ਵਿੱਚੋਂ ਆਪ ਗਵਾਏ। ਜਿਹੜੇ ਆਪਾ ਭਾਵ ਅੰਦਰੋਂ ਗਵਾ ਲੈਂਦੇ ਨੇ ਨਾ, ਉਹ ਸੁਖੀ ਨੇ। ਤੇ ਸੋਹਣੇ ਦਾ ਮਤਲਬ ਫਿਰ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ। ਹੁਣ ਇਹ ਤਾਂ ਆਪਾਂ ਕਲਾਸ ਦਾ ਨਾਮ ਲੈ ਕੇ ਗੱਲ ਕੀਤੀ। ਹੁਣ ਇਹਨਾਂ ਚੀਜ਼ਾਂ ਨੂੰ ਘਰਾਂ ਵਿੱਚ ਵੇਖੋ। ਹੁਣ ਮੇਰੇ ਪਰਿਵਾਰ ਦੇ ਮੈਂਬਰ ਨੇ, ਜੇ ਉਹ ਮੇਰੀ ਗੱਲ ਮੰਨਣ ਤਾਂ ਹੋ ਸਕਦਾ ਉਹਨਾਂ ਦੀ ਈਗੋ ਹੋਈ ਪਈ ਅਸੀਂ ਕਿਉਂ ਮੰਨੀਏ। ਮੇਰੀ ਘਰਵਾਲੀ ਦੀ ਈਗੋ ਕਿ ਮੈਂ ਨਹੀਂ ਮੰਨਦੀ, ਤੇ ਮੇਰੀ ਘਰਵਾਲੀ ਦੀ ਗੱਲ ਮੰਨਣ ਲੱਗਿਆ ਮੈਨੂੰ ਵੀ ਈਗੋ ਆ ਸਕਦੀ ਹੈ, ਹੰਕਾਰ, ਕਿ ਮੈਂ ਕਿਉਂ ਮੰਨਾਂ। ਪਰ ਜੇ ਅਸੀਂ ਦੋਵੇਂ ਔਰ ਮੇਰੇ ਬੱਚੇ ਵੀ, ਅਸੀਂ ਸਾਰਾ ਪਰਿਵਾਰ ਇਹ ਗੱਲ ਕਰ ਲਈਏ ਕਿ ਅਸੀਂ ਨਾ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੈ, ਮੈਂ ਵੀ ਤੇ ਤੁਸੀਂ ਵੀ, ਆਪਣਾ ਆਪਾ ਛੱਡ ਦਈਏ, ਤਾਂ ਗੁਰਬਾਣੀ ਦੀ ਗੱਲ ਮੰਨਣ ਲੱਗਿਆ ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਡੇ ਪਰਿਵਾਰ ਵਿੱਚ ਸ਼ਾਂਤੀ ਆ ਜਾਏਗੀ, ਖੁਸ਼ੀ ਆ ਜਾਏਗੀ, ਸਾਡਾ ਜੀਵਨ ਸੋਹਣਾ ਬਣ ਜਾਏਗਾ, ਪਰਿਵਾਰ ਸੋਹਣਾ ਬਣ ਜਾਏਗਾ। ਸਿੰਪਲ ਗੱਲ ਹੈ। ਪਰ ਇਹਦੇ ਵਾਸਤੇ ਆਪਾ ਗਵਾਉਣਾ ਪੈਣਾ, ਆਪਣੀ ਮੱਤ ਛੱਡਣੀ ਪੈਣੀ, ਆਪਣੀ ਸੋਚ ਛੱਡਣੀ ਪੈਣੀ। ਤਾਂ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਸੁਖੀ ਨੇ, ਉਹ ਸੋਹਣੇ ਜੀਵਨ ਵਾਲੇ ਨੇ, ਜਿਨ੍ਹਾਂ ਨੇ ਆਪਣਾ ਆਪਾ ਗਵਾ ਲਿਆ ਹੈ, ਹੰਕਾਰ ਗਵਾ ਲਿਆ ਹੈ ਤੇ ਰੱਬੀ ਰਜ਼ਾ ਭਾਣੇ ਵਿੱਚ ਤੁਰ ਰਹੇ ਨੇ, ਗੁਰਮਤ ਆਸ਼ੇ ਅਨੁਸਾਰ ਜੋ ਜ਼ਿੰਦਗੀ ਜੀਂਦੇ ਨੇ। ਤਿੰਨ ਸੋਗ ਵਿਜੋਗ ਕਦੇ ਨਹੀਂ, ਜੋ ਹਰ ਕੈ ਅੰਕ ਸਮਾਏ। ਅੰਕ ਦਾ ਮਤਲਬ ਗੋਦ ਵਿੱਚ, ਸਮਾਏ ਦਾ ਮਤਲਬ ਸਮਾ ਜਾਂਦੇ ਨੇ। ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਨੇ, ਗੋਦ ਵਿੱਚ ਟਿਕੇ ਰਹਿਣ ਦਾ ਮਤਲਬ ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਤਿੰਨ ਸੋਗ ਵਿਜੋਗ ਕਦੇ ਨਹੀਂ, ਨਾ ਉਹਨਾਂ ਨੂੰ ਚਿੰਤਾ ਹੁੰਦੀ ਹੈ, ਨਾ ਉਹਨਾਂ ਨੂੰ ਵਿਛੋੜਾ ਹੁੰਦਾ ਹੈ। ਉਹ ਰੱਬ ਨਾਲੋਂ ਕਦੇ ਵਿਛੜਦੇ ਨਹੀਂ। ਵਿਛੋੜਾ ਹੀ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਰੱਬੀ ਰਜ਼ਾ ਤੋਂ ਉਲਟ ਚੱਲਦੇ ਹਾਂ। ਗੁਰੂ ਤੋਂ ਦੂਰੀ ਹੀ ਉਦੋਂ ਬਣਦੀ ਹੈ ਜਦੋਂ ਅਸੀਂ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ। ਤੇ ਜਦੋਂ ਅਸੀਂ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਆ, ਦੁੱਖਾਂ ਦੀ ਯਾਤਰਾ ਵੀ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਤੁਸੀਂ ਦੀਵੇ ਵੱਲ ਪਿੱਠ ਕਰੋਗੇ ਨਾ, ਉਸੇ ਵੇਲੇ ਅੱਗੇ ਹਨੇਰਾ ਹੋ ਜਾਣਾ ਹੈ। ਜਦੋਂ ਚਾਨਣ ਵੱਲ ਮੂੰਹ ਕਰੋਗੇ, ਉਦੋਂ ਅੱਗੇ ਚਾਨਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਰੱਬੀ ਰਜ਼ਾ ਤੋਂ ਉਲਟ ਚੱਲਦੇ ਹਾਂ, ਵਿਛੋੜਾ ਵੀ ਔਰ ਦੁੱਖ ਵੀ ਸ਼ੁਰੂ ਹੋ ਜਾਂਦੇ ਨੇ। ਪਰ ਜਿਹੜੇ ਰੱਬੀ ਰਜ਼ਾ ਦੇ ਅੰਦਰ ਨੇ, ਜੋ ਰੱਬੀ ਗੁਣਾਂ ਦੇ ਨਾਲ ਜੁੜੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਨਾ ਚਿੰਤਾ ਹੈ, ਨਾ ਵਿਛੋੜਾ ਹੈ। ਉਹਨਾਂ ਦਾ ਮਿਲਾਪ ਹਮੇਸ਼ਾ ਬਣਿਆ ਰਹਿੰਦਾ ਹੈ। ਸ਼ਲੋਕ ਮਹਿਲਾ ਤੀਜਾ। ਨਾਨਕ ਸੋ ਸਾਲਾਹੀ ਹੈ, ਜਿਸ ਵਸ ਸਭ ਕਿਛ ਹੋਏ। ਵਸ ਦਾ ਮਤਲਬ ਵਸ ਵਿੱਚ, ਕਿ हे ਨਾਨਕ, ਜਿਸ ਪ੍ਰਭੂ ਦੇ ਵਸ ਵਿੱਚ ਸਭ ਕੁਛ ਹੈ। ਵਸ ਦਾ ਮਤਲਬ ਹੁਕਮ ਵਿੱਚ, ਜਿਹਦੇ ਹੁਕਮ ਦੇ ਅੰਦਰ ਸਾਰੀ ਕਾਇਨਾਤ ਹੈ। ਨਿੱਕੇ ਜਿਹੇ ਕਣ ਤੋਂ, ਧਰਤੀ ਦੇ ਨਿੱਕੇ ਜਿਹੇ ਰੇਤ ਦੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਯੂਨੀਵਰਸ, ਖੰਡਾ ਮੰਡਾ ਬ੍ਰਹਿਮੰਡਾਂ ਦੇ ਅੰਦਰ ਹੁਕਮ ਹੈ। ਸਾਰਾ ਕੁਝ ਹੁਕਮ ਵਿੱਚ ਨਾ, ਰਜ਼ਾ ਵਿੱਚ ਹੈ। ਤਾਂ ਜਿਹਦੇ ਵਸ ਦੇ ਅੰਦਰ ਸਭ ਕੁਝ ਹੈ, ਜਿਹਦੇ ਹੁਕਮ ਦੇ ਅੰਦਰ ਸਾਰੀ ਕਾਇਨਾਤ ਹੈ, ਗੁਰੂ ਜੀ ਕਹਿੰਦੇ ਨੇ हे ਭਾਈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ।
ਉਹਦੇ ਹੁਕਮ ਰਜ਼ਾ ਵਿੱਚ ਤੁਰਨਾ ਚਾਹੀਦਾ, ਕਿਉਂਕਿ ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਹੁਕਮ ਤੋਂ, ਸਿਸਟਮ ਤੋਂ ਬਾਹਰ ਕੁਝ ਕਰੋਗੇ ਤੇ ਦੁੱਖ ਔਰ ਅਸ਼ਾਂਤੀ ਪੈਦਾ ਹੋਏਗੀ। ਤਾਂ ਜਿਹਦੇ ਹੁਕਮ ਦੇ ਅੰਦਰ ਸਾਰੀ ਕਾਇਨਾਤ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਉਹਦੀ ਰਜ਼ਾ ਪਾਣੇ ਵਿੱਚ ਤੁਰਨਾ ਚਾਹੀਦਾ ਹੈ। ਤਿਸੈ ਸਰੇਵਿਹੁ ਪ੍ਰਾਣਿਹੁ ਤਿਸ ਬਿਨ ਅਵਰ ਨਾ ਕੋਏ। ਗੁਰੂ ਜੀ ਕਹਿੰਦੇ ਨੇ ਰੱਬ ਤੋਂ ਬਿਨਾ ਰੱਬ ਵਰਗਾ ਹੋਰ ਕੋਈ ਨਹੀਂ ਹੈ, ਇਸ ਲਈ ਹੇ ਪ੍ਰਾਣੀ ਮਾਤਰੋ, ਉਸ ਪ੍ਰਭੂ ਦੀ ਸ਼ਰਨ ਵਿੱਚ ਰਹੋ। ਸਰੇਵਿਹੁ ਦਾ ਮਤਲਬ ਸਿਫਤ ਸਲਾਹ ਕਰੋ, ਰੱਬੀ ਰਜ਼ਾ ਵਿੱਚ ਤੁਰੋ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਤਿਸ ਬਿਨ ਅਵਰ ਨਾ ਕੋਏ, ਦੋ ਚੀਜ਼ਾਂ ਨੇ, ਇੱਕ ਤੇ ਉਹਦੇ ਤੋਂ ਬਿਨਾ ਉਹਦੇ ਵਰਗਾ ਕੋਈ ਹੈ ਹੀ ਨਹੀਂ, ਮਤਲਬ ਕਿ ਉਹ ਹੈ ਹੀ ਆਪ। ਉਹਦੇ ਵਰਗਾ ਤਾਂ ਹੋਏਗਾ ਕਿ ਜੇ ਦੂਜਾ ਹੋਏ, ਦੂਜਾ ਹੈ ਹੀ ਨਹੀਂ। ਤਿਸ ਬਿਨ ਅਵਰ ਨਾ ਕੋਏ, ਉਹਦੇ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ। ਆਪ ਹੀ ਪਸਰਿਆ ਹੋਇਆ ਹੈ, ਆਪ ਹੀ ਖਿਲ ਰਿਹਾ ਹੋਇਆ ਹੈ, ਆਪ ਹੀ ਸੰਸਾਰ ਬਣਿਆ ਹੋਇਆ ਹੈ, ਆਪ ਹੀ ਨਿਰਗੁਣ ਸਰਗੁਣ ਹੈ, ਨਿਰਗੁਣ ਸਰਗੁਣ ਨਿਰੰਕਾਰ, ਸੁਨ ਸਮਾਧੀ ਆਪ ਹੀ ਆਪ ਪਸਰਿਆ ਹੈ। ਇਹ ਚੀਜ਼ ਨੂੰ ਸਮਝੋ ਕਿ ਉਹ ਆਪ ਹੀ ਆਪ ਹੈ। ਤੇ ਜੇ ਹਰ ਇੱਕ ਦੇ ਅੰਦਰ ਬੰਦਾ ਰੱਬ ਨੂੰ ਵੇਖੇ, ਆਪਣੇ ਅੰਦਰ ਉਹਦੇ ਗੁਣਾਂ ਨੂੰ ਵੇਖੇ, ਫਿਰ ਰੱਬ ਵਰਗਾ ਪਿਆਰ ਵਿਹਾਰ ਹਰ ਇਨਸਾਨ ਦੇ ਨਾਲ ਕਰੇ, ਤਾਂ ਦੱਸੋ ਇਹ ਦੁਨੀਆ ਵਿੱਚ ਕੀ ਪ੍ਰੋਬਲਮ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਜਿਸ ਵਰਗਾ ਹੋਰ ਕੋਈ ਨਹੀਂ, ਉਹਦੀ ਸ਼ਰਨ ਦੇ ਅੰਦਰ ਟਿਕੇ ਰਹੋ, ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਹੋ, ਉਹਦੇ ਗੁਣਾਂ ਦੇ ਧਾਰਨੀ ਹੋ। ਪਰ ਉਹਦੇ ਗੁਣਾਂ ਦੇ ਧਾਰਨੀ ਕਿਵੇਂ ਹੋਇਆ ਜਾਏ, ਉਹ ਸਾਡੀ ਸੋਚ ਦੇ ਅੰਦਰ ਕਿਵੇਂ ਵਸੇ, ਤਾਂ ਗੁਰੂ ਜੀ ਉਹਦਾ ਸਾਧਨ ਦੱਸ ਰਹੇ ਨੇ। ਗੁਰਮੁਖ ਹਰ ਪ੍ਰਭ ਮਨ ਵਸੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੀ ਸ਼ਰਨ ਪਿਆ। ਗੁਰਮੁਖ ਹਰ ਪ੍ਰਭ ਮਨ ਵਸੈ, ਜੇ ਗੁਰੂ ਦੀ ਸ਼ਰਨੀ ਪਈਏ ਤਾਂ ਪ੍ਰਭੂ ਮਨ ਵਿੱਚ ਵਸਦਾ ਹੈ, ਸੋਚ ਦੇ ਅੰਦਰ ਵਸਦਾ ਹੈ। ਗੁਰੂ ਦੇ ਰਾਹੀਂ ਵਸਣਾ ਹੈ, ਗਿਆਨ ਗੁਰੂ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਇਸ ਚੀਜ਼ ਦਾ ਗਿਆਨ ਮਿਲਦਾ ਹੈ ਨਾ ਕਿ ਸੱਚ ਬੋਲਣਾ ਚਾਹੀਦਾ ਹੈ, ਦਇਆ ਕਰਨੀ ਚਾਹੀਦੀ ਹੈ, ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਤਾਂ ਸਾਡੇ ਮਨ ਦੇ ਅੰਦਰ ਇਹ ਵਸਣਗੇ ਨਾ ਗੁਣ। ਤਾਂ ਗੁਰੂ ਗਿਆਨ ਰਾਹੀਂ ਪ੍ਰਭੂ ਮਨ ਵਿੱਚ ਵਸਦਾ ਹੈ। ਤੇ ਜਦੋਂ ਗੁਰੂ ਗਿਆਨ ਮੁਤਾਬਕ ਚੱਲ ਕੇ ਕੋਈ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਲੈਂਦਾ ਹੈ, ਇੰਪਲੀਮੈਂਟ ਕਰ ਲੈਂਦਾ ਹੈ, ਤਾਂ ਸਦਾ ਸਦਾ ਸੁਖ ਹੋਏ, ਤਾਂ ਫਿਰ ਜੀਵਨ ਦੇ ਅੰਦਰ ਹਮੇਸ਼ਾ ਹੀ ਸੁਖ ਬਣਿਆ ਰਹਿੰਦਾ ਹੈ, ਹਰ ਪਲ ਸੁਖ ਬਣਿਆ ਰਹਿੰਦਾ ਹੈ। ਸਹਿਸਾ ਮੂਲ ਨਾ ਹੋਵਈ, ਸਭ ਚਿੰਤਾ ਵਿੱਚੋਂ ਜਾਏ। ਸਹਿਸਾ ਦਾ ਮਤਲਬ ਤੌਖਲਾ, ਮੂਲ ਨਾ ਹੋਵਈ ਦਾ ਮਤਲਬ ਉੱਕਾ ਹੀ ਨਹੀਂ ਹੁੰਦਾ, ਤਾਂ ਤੌਖਲਾ ਉੱਕਾ ਹੀ ਨਹੀਂ ਹੁੰਦਾ। ਸਭ ਚਿੰਤਾ ਵਿੱਚੋਂ ਜਾਏ, ਤੇ ਮਨ ਦੇ ਅੰਦਰੋਂ ਸਾਰੀ ਚਿੰਤਾ ਹੀ ਨਿਕਲ ਜਾਂਦੀ ਹੈ। ਹੁਣ ਤੌਖਲਾ ਕੀ ਹੈ? ਤੌਖਲੇ ਦਾ ਮਤਲਬ ਇਹ ਹੁੰਦਾ ਕਿ ਕੰਮ ਕੀਤਾ ਤੇ ਹੈ, ਪਰ ਇਹ ਸਫਲ ਹੋਏਗਾ ਕਿ ਨਹੀਂ ਹੋਏਗਾ। ਮੈਂ ਇਸ ਪੈਲੀ ਵਿੱਚ ਇਹ ਫਸਲ ਬੀਜ ਤੇ ਬੈਠਾ, ਪਰ ਪਤਾ ਨਹੀਂ ਹੁਣ ਇਹ ਫਸਲ ਲਾਭ ਦੇਗੀ ਕਿ ਨਹੀਂ ਦੇਗੀ। ਆਉਣ ਵਾਲੇ ਟਾਈਮ ਵਿੱਚ ਇਸ ਜਿਹੜੀ ਮੈਂ ਮੁੰਜੀ ਜਾਂ ਜੀਰੀ ਕੋਈ ਲਾਈ ਹੈ ਝੋਨਾ, ਇਹਦਾ ਰੇਟ ਪਤਾ ਨਹੀਂ ਚੰਗਾ ਹੋਏਗਾ ਕਿ ਨਹੀਂ, ਝਾੜ ਚੰਗਾ ਹੋਏਗਾ ਕਿ ਨਹੀਂ। ਬੱਚੇ ਨੂੰ ਇਸ ਸਕੂਲੇ ਪਾ ਤੇ ਬੈਠੇ ਆ, ਪਤਾ ਨਹੀਂ ਹੋਏ ਸਕੂਲ ਦਾ ਰਿਜ਼ਲਟ ਚੰਗਾ ਨਿਕਲੇਗਾ ਕਿ ਨਹੀਂ। ਤੌਖਲਾ ਹੈ ਨਾ, ਕਨਫਿਊਜ਼ਨ ਹੈ, ਵਿਸ਼ਵਾਸ ਨਹੀਂ ਹੈ। ਤੇ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਇਹ ਬੇਵਿਸ਼ਵਾਸੀ ਖਤਮ ਹੋ ਜਾਏਗੀ ਜਦੋਂ ਗੁਰਮੁਖ ਹਰ ਪ੍ਰਭ ਮਨ ਵਸੈ। ਜਦੋਂ ਗੁਰੂ ਗਿਆਨ ਮੁਤਾਬਕ ਰੱਬੀ ਗੁਣਾਂ ਨੂੰ ਕੋਈ ਵਸਾ ਲੈਂਦਾ ਨਾ ਮਨ ਵਿੱਚ, ਫਿਰ ਤੌਖਲਾ ਬਿਲਕੁਲ ਨਹੀਂ ਰਹਿੰਦਾ, ਸ਼ੱਕ ਬਿਲਕੁਲ ਨਹੀਂ ਰਹਿੰਦਾ, ਫਿਰ ਗਾਰੰਟੀ ਦੇ ਨਾਲ ਸੁੱਖ ਮਿਲੇਗਾ। ਚਿੰਤਾ ਵਿੱਚੋਂ ਜਾਏ, ਚਿੰਤਾ ਚਲੀ ਜਾਏਗੀ। ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਚਿੰਤਾ ਰਹਿ ਜਾਏ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਦੁੱਖ ਰਹਿ ਜਾਏ। ਤੌਖਲਾ ਬਿਲਕੁਲ ਹੈ ਹੀ ਨਹੀਂ, ਸੰਸਾ ਹੈ ਹੀ ਨਹੀਂ, ਸ਼ੱਕ ਹੈ ਹੀ ਨਹੀਂ। ਗਾਰੰਟੀ ਦੇ ਨਾਲ ਸੁੱਖ ਮਿਲੇਗਾ ਜੇ ਕੋਈ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਏਗਾ। ਗਾਰੰਟੀ ਹੈ, ਤੌਖਲਾ ਨਹੀਂ ਹੈ, ਕਿਉਂਕਿ ਰਿਕੁਆਇਰਮੈਂਟ ਪੂਰੀ ਹੋ ਗਈ ਨਾ। ਸੁੱਖਾਂ ਦੀ ਰਿਕੁਆਇਰਮੈਂਟ ਹੈ ਕਿ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਵੋ। ਤੇ ਜਿੰਨੇ ਰਿਕੁਆਇਰਮੈਂਟ ਪੂਰੀ ਕਰ ਦਿੱਤੀ, ਹੁਣ ਤੌਖਲਾ ਹੈ ਹੀ ਨਹੀਂ ਹੈ, ਹੁਣ ਸ਼ੱਕ ਹੈ ਹੀ ਨਹੀਂ। ਤਾਂ ਜੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀ ਜਾਏ ਨਾ, ਤਾਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਜੀਵਨ ਵਿੱਚ ਸੁੱਖ ਆਏਗਾ ਕਿ ਨਹੀਂ। ਆਏਗਾ ਹੀ ਆਏਗਾ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਇੱਥੇ ਸਹਿਜੇ ਸ਼ਬਦ ਦਾ ਅਰਥ ਹੈ ਰਜ਼ਾ।
ਭਾਣਾ, ਸਹਿਜੇ ਹੋਏ ਦਾ ਮਤਲਬ ਰਜਾ ਵਿੱਚ ਹੋ ਰਿਹਾ ਹੈ। ਜੋ ਕੁਛ ਹੋਏ ਸੋ ਸਹਿਜੇ ਹੋਏ। ਜਗਤ ਦੇ ਅੰਦਰ ਜੋ ਕੁਛ ਵੀ ਹੋ ਰਿਹਾ ਹੈ ਉਹ ਸਭ ਕੁਛ ਰਜ਼ਾ ਦੇ ਅੰਦਰ ਹੋ ਰਿਹਾ ਹੈ, ਹੁਕਮ ਦੇ ਅੰਦਰ, ਭਾਣੇ ਵਿੱਚ। ਰਜ਼ਾ, ਹੁਕਮ, ਭਾਣਾ ਜਾਂ ਲੇਖ ਦਾ ਮਤਲਬ ਸਿਸਟਮ। ਜੋ ਕੁਛ ਜਗਤ ਵਿੱਚ ਵਾਪਰ ਰਿਹਾ ਹੈ ਇਹ ਕੁਦਰਤ ਦੇ ਬੱਝੇ ਨਿਯਮ ਜਿਹੜੇ ਬੱਝਵੇਂ ਨੇ ਉਹਨਾਂ ਵਿੱਚ ਵਾਪਰ ਰਿਹਾ ਹੈ, ਜਿਸ ਨੂੰ ਗੁਰਬਾਣੀ ਰਜ਼ਾ, ਭਾਣਾ, ਹੁਕਮ ਕਹਿੰਦੀ ਹੈ, ਜਿਸ ਨੂੰ ਅਸੀਂ ਸਿਸਟਮ ਸ਼ਬਦ ਕਹਿ ਕੇ ਸਮਝ ਸਕਦੇ ਹਾਂ। ਸਾਰਾ ਕੁਝ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਸਿਸਟਮ ਦੇ ਅੰਦਰ ਹੋ ਰਿਹਾ ਹੈ। ਕਹਿਣਾ ਕਿਛੂ ਨਾ ਜਾਏ, ਗੁਰੂ ਜੀ ਕਹਿੰਦੇ ਨੇ ਇਸ ਵਾਸਤੇ ਹੁਣ ਕੁਝ ਕਿਹਾ ਨਹੀਂ ਜਾ ਸਕਦਾ, ਯਾਨੀ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ਕਿ ਇਹ ਕੰਮ ਐਵੇਂ ਕਿਉਂ ਹੋ ਰਿਹਾ ਹੈ। ਤੇ ਜੇ ਕਹੋਗੇ ਵੀ ਤੇ ਉਹਦੀ ਕੋਈ ਵੈਲਿਊ ਨਹੀਂ ਹੋਣੀ। ਹੁਣ ਤੁਸੀਂ ਕਹੋ ਵੀ ਸੂਰਜ ਲਹਿੰਦੇ ਵੱਲ ਕਿਉਂ ਛਿਪਦਾ ਹੈ, ਚੜ੍ਹਦੇ ਵੱਲ ਕਿਉਂ ਨਹੀਂ ਛਿਪਦਾ, ਤਾਂ ਇਹ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਕਹੀ ਜਾਓ ਉਹਨੇ ਚੜ੍ਹਦੇ ਵੱਲੋਂ ਹੀ ਚੜ੍ਹਨਾ ਹੈ, ਲਹਿੰਦੇ ਵੱਲ ਹੀ ਛਿਪਣਾ ਹੈ। ਧਰਤੀ ਸੂਰਜ ਦੇ ਚੁਫੇਰੇ ਘੁੰਮ ਰਹੀ ਹੈ, ਤਾਂ ਹੁਣ ਕਹੀ ਜਾਓ ਕਿ ਸੂਰਜ ਧਰਤੀ ਦੇ ਚੁਫੇਰੇ ਘੁੰਮਣਾ ਚਾਹੀਦਾ ਹੈ, ਜਾਂ ਧਰਤੀ ਕਿਉਂ ਘੁੰਮ ਰਹੀ ਹੈ, ਨਹੀਂ ਘੁੰਮਣੀ ਚਾਹੀਦੀ, ਤਾਂ ਇਹ ਕਹਿਣ ਦਾ ਵੈਲਿਊ ਕੀ ਹੈ? ਕੋਈ ਵੈਲਿਊ ਹੈ? ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਤਲਬ ਕਿ ਰੱਬੀ ਰਜ਼ਾ ਤੋਂ ਉਲਟ ਕੁਝ ਕੀਤਾ ਹੀ ਨਹੀਂ ਜਾ ਸਕਦਾ, ਕੁਝ ਕਿਹਾ ਹੀ ਨਹੀਂ ਜਾ ਸਕਦਾ, ਉਜਰ ਨਹੀਂ ਕੀਤੀ ਜਾ ਸਕਦੀ। ਰੱਬੀ ਰਜ਼ਾ ਦੇ ਅੰਦਰ ਚੱਲ ਕੇ ਹੀ ਜੀਵਨ ਨੂੰ ਸੁਖੀ ਔਰ ਸ਼ਾਂਤ ਕੀਤਾ ਜਾ ਸਕਦਾ ਹੈ। ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ। ਚਿੰਦਿਆ ਦਾ ਮਤਲਬ ਚਿਤਵਿਆ ਹੋਇਆ। ਜੇ ਸਦਾ ਥਿਰ ਰਹਿਣ ਵਾਲਾ ਪ੍ਰਭੂ ਮਨ ਵਿੱਚ ਵਸ ਜਾਏ, ਸੋਚ ਅੰਦਰ ਵਸ ਜਾਏ, ਤਾਂ ਬੰਦਾ ਮਨ ਚਿੰਤਿਤ ਫਲ ਪਾ ਲੈਂਦਾ ਹੈ। ਤੇ ਮਨ ਚਿੰਤਿਤ ਸਾਡਾ ਫਲ ਕੀ ਹੈ? ਕਿ ਸਾਨੂੰ ਖੁਸ਼ੀ ਮਿਲੇ, ਸਾਨੂੰ ਮੁਕਤੀ ਮਿਲੇ, ਸਾਨੂੰ ਮਾਣ ਆਦਰ ਮਿਲੇ। ਤਾਂ ਜੇ ਸੱਚਾ ਸਾਹਿਬ ਮਨ ਵਿੱਚ ਵਸ ਜਾਏ, ਮਨ ਦਾ ਮਤਲਬ ਸੋਚ, ਤੇ ਸੱਚਾ ਸਾਹਿਬ ਦਾ ਮਤਲਬ ਸੱਚੇ ਸਾਹਿਬ ਦੇ ਗੁਣ, ਰੱਬੀ ਰਜ਼ਾ ਪਾਣਾ, ਤਾਂ ਫਿਰ ਮਨ ਚਿੰਤਿਤ ਫਲ ਮਿਲ ਜਾਂਦਾ ਹੈ, ਸੁਖ ਵੀ ਮਿਲਦਾ ਹੈ, ਮੁਕਤੀ ਵੀ ਮਿਲਦੀ ਹੈ, ਸ਼ਾਂਤੀ ਵੀ ਮਿਲਦੀ ਹੈ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈਨ ਪੰਨੇ ਪਾਏ। ਪੰਨੇ ਦਾ ਮਤਲਬ ਲੇਖੇ ਵਿੱਚ, ਜੇ ਦਾ ਮਤਲਬ ਜਿਹੜੇ ਮਨੁੱਖ, ਲੈਨ ਦਾ ਮਤਲਬ ਲੈ ਨੇ, ਜਿਨ੍ਹਾਂ ਨੂੰ ਆਪਣੇ ਲੇਖੇ ਵਿੱਚ ਲਿਖ ਲੈਂਦਾ ਹੈ, ਯਾਨੀ ਆਪਣੀ ਸ਼ਰਨ ਵਿੱਚ ਰੱਖ ਲੈਂਦਾ ਹੈ, ਆਪਣੇ ਪੱਲੇ ਪਾ ਲੈਂਦਾ ਹੈ, ਉਹਨਾਂ ਦੀ ਫਿਰ ਰੱਬ ਆਪ ਸੁਣਦਾ ਹੈ। ਆਪ ਸੁਣਦਾ ਦਾ ਮਤਲਬ ਉਹਨਾਂ ਦੀ ਹਰ ਮਨੋਰਥ ਪੂਰਾ ਹੁੰਦਾ ਹੈ। ਜੋ ਰੱਬ ਦੇ ਪੱਲੇ ਪੈ ਗਏ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਉਹਨਾਂ ਦੀ ਆਪ ਸੁਣਦਾ ਦਾ ਮਤਲਬ ਕਿ ਉਹਨਾਂ ਦੀ ਹਰ ਗੱਲ ਪੂਰੀ ਹੁੰਦੀ ਹੈ। ਪੂਰੀ ਹੁੰਦੀ ਦਾ ਮਤਲਬ ਕਿ ਉਹਨਾਂ ਨੂੰ ਹਰ ਸੁੱਖ ਮਿਲਦਾ ਹੈ, ਕਿਉਂਕਿ ਗੁਨਾਹ ਕਰਕੇ ਸੁੱਖ ਹੈ, ਔਗੁਣਾ ਕਰਕੇ ਦੁੱਖ ਹੈ। ਤੇ ਜਿਹੜੇ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਨੇ, ਉਹਨਾਂ ਨੇ ਰੱਬੀ ਹੁਕਮ ਤੋਂ ਬਾਹਰ ਕੁਝ ਕਹਿਣਾ ਹੀ ਨਹੀਂ, ਕੁਝ ਕਰਨਾ ਹੀ ਨਹੀਂ, ਤਾਂ ਉਹਨਾਂ ਦੀ ਸੁਣੀ ਜਾਂਦੀ ਹੈ। ਮਤਲਬ ਕਿ ਉਹ ਸੁਖੀ ਔਰ ਸ਼ਾਂਤ ਹੋ ਜਾਂਦੇ ਨੇ। ਮਹਿਲਾ ਤੀਜਾ, ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ। ਪਹਿਲੇ ਸ਼ਬਦ ਨੂੰ ਪੜ੍ਹਨਾ ਹੈ ਬੂਝਣ, ਨੰਨਾ ਹੈ। ਦੂਜੇ ਨੂੰ ਬੂਝਣ ਹਾਰ, ਨਾਣਾ ਹੈ। ਨੰਨੇ ਔਰ ਨਾਣੇ ਦਾ ਫਰਕ ਸਮਝਣਾ ਹੈ। ਬੂਝਣ ਹਾਰ ਦਾ ਮਤਲਬ ਸਮਝਣ ਜੋਗੇ, ਉਹ ਮਨੁੱਖ ਜੋ ਸਮਝ ਰੱਖਦੇ ਨੇ, ਕਿਸੇ ਚੀਜ਼ ਨੂੰ ਸਮਝ ਸਕਦੇ ਨੇ। ਕਈ ਵਾਰ ਨਾ ਕੋਈ ਬੰਦਾ ਸਮਝਾਉਂਦਾ ਹੈ ਗੱਲ, ਪਰ ਅੱਗੇ ਬੰਦੇ ਦੀ ਨਾ ਸਮਝਣ ਦੀ ਸਮਰੱਥਾ ਨਹੀਂ ਹੁੰਦੀ, ਉਹ ਸਮਝਣ ਜੋਗੇ ਨਹੀਂ ਹੁੰਦੇ, ਇਸ ਲਈ ਉਸ ਚੀਜ਼ ਨੂੰ ਨਹੀਂ ਸਮਝ ਪਾਉਂਦੇ। ਜਿਵੇਂ ਹੁਣ ਮੈਂ ਹਾਂ, ਤਾਂ ਮੈਨੂੰ ਕੋਈ ਬੰਦਾ ਪੁਲ ਬਣਾਉਣੇ ਸਿਖਾਏ, ਤਾਂ ਮੈਂ ਉਹਦੀ ਗੱਲ ਸਮਝ ਨਹੀਂ ਸਕਾਂਗਾ। ਜੇ ਇੰਜੀਨੀਅਰ ਕੋਈ ਬੰਦਾ ਆਣ ਕੇ ਟੈਕਨੀਕਲ ਵਰਡ ਵਰਤੇ, ਤਾਂ ਮੈਂ ਉਹ ਜਿਹੜੇ ਟੈਕਨੀਕਲ ਵਰਡ ਨੇ ਉਹਨਾਂ ਨੂੰ ਸਮਝ ਨਹੀਂ ਪਾਵਾਂਗਾ, ਕਿਉਂਕਿ ਮੇਰੀ ਪੜ੍ਹਾਈ ਨਹੀਂ ਹੈ ਨਾ, ਮੇਰੇ ਵਿੱਚ ਸਮਝਣ ਦੀ ਸਮਰੱਥਾ ਨਹੀਂ ਹੈ, ਇਸ ਕਰਕੇ ਮੈਂ ਸਮਝ ਨਹੀਂ ਪਾਵਾਂਗਾ। ਤੇ ਜਿਨ੍ਹਾਂ ਨੂੰ ਉਹਨਾਂ ਚੀਜ਼ਾਂ ਦੀ ਸਮਝ ਹੈ, ਫਿਰ ਉਹ ਚੀਜ਼ ਸਮਝ ਲੈਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਇੱਥੇ ਵੀ ਉਹੀ ਗੱਲ ਕਹਿ ਰਹੇ ਨੇ, ਅੰਮ੍ਰਿਤ ਸਦਾ ਵਰਸਦਾ, ਕਿ ਅੰਮ੍ਰਿਤ ਤੇ ਹਰ ਥਾਂ ਤੇ ਵਰਸ ਰਿਹਾ ਹੈ। ਆਤਮਿਕ ਜੀਵਨ ਤੇ ਸਦਾ ਵਰਸ ਰਿਹਾ ਹੈ, ਹਰ ਥਾਂ ਤੇ, ਹਰ ਥਾਂ ਤੇ ਵਰਸ ਰਿਹਾ ਹੈ, ਹਰ ਸਮੇਂ ਵਰਸ ਰਿਹਾ ਹੈ। ਮੇਰੇ ਅੰਦਰ ਵੀ ਵਰਸ ਰਿਹਾ ਹੈ, ਤੁਹਾਡੇ ਅੰਦਰ ਵੀ ਵਰਸ ਰਿਹਾ ਹੈ, ਬਾਹਰ ਵੀ ਵਰਸ ਰਿਹਾ ਹੈ। ਹਰ ਸਮੇਂ ਹਰ ਥਾਂ ਤੇ ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ, ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਕਿਵੇਂ ਵਰਸ ਰਹੀ ਹੈ। ਦੇਖੋ, ਕੋਈ ਦੁਨੀਆ ਦੀ ਐਸੀ ਜਗ੍ਹਾ ਹੈ ਜਿੱਥੇ ਸੱਚ ਨਹੀਂ ਬੋਲਿਆ ਜਾ ਸਕਦਾ,
ਕੋਈ ਦੁਨੀਆ ਦੀ ਐਸੀ ਜਗ੍ਹਾ। ਇਹਦਾ ਮਤਲਬ ਨਹੀਂ, ਇਹਦਾ ਮਤਲਬ ਹਰ ਥਾਂ ਤੇ ਸੱਚ ਮੌਜੂਦ ਹੈ, ਵਰਸ ਰਿਹਾ ਹੈ। ਕੋਈ ਟਾਈਮ ਐਸਾ ਹੈ ਕਿ ਸਵੇਰੇ 8 ਤੋਂ ਲੈ ਕੇ 12 ਵਜੇ ਤੱਕ ਸੱਚ ਨਹੀਂ ਬੋਲਿਆ ਜਾ ਸਕਦਾ, ਸੱਚ ਬੋਲਣਾ 12 ਤੋਂ ਬਾਅਦ ਸ਼ੁਰੂ ਹੋਏਗਾ। ਐਸਾ ਨਹੀਂ ਹੈ ਨਾ, ਕਿਸੇ ਵੀ ਟਾਈਮ ਬੋਲ ਸਕਦੇ ਆ। ਇਹਦਾ ਮਤਲਬ ਹਰ ਟਾਈਮ ਸੱਚ ਵਰਸ ਰਿਹਾ ਹੈ। ਨੰਬਰ 3, ਕੀ ਮੈਂ ਸੱਚ ਨਹੀਂ ਬੋਲ ਸਕਦਾ? ਜਾਂ ਤੁਹਾਡੇ ਕਲਾਸ ਵਾਲੇ ਮੈਂਬਰਾਂ ਚੋਂ ਕੋਈ ਸੱਚ ਨਹੀਂ ਬੋਲ ਸਕਦਾ? ਜਾਂ ਦੁਨੀਆ 'ਚ ਕੋਈ ਐਸਾ ਬੰਦਾ ਹੈ ਜਿਹਦੇ ਤੇ ਬੈਨ ਹੋਵੇ ਕਿ ਤੂੰ ਸੱਚ ਨਹੀਂ ਬੋਲ ਸਕਦਾ? ਸਾਰੇ ਬੋਲ ਸਕਦੇ ਨੇ। ਤਾਂ ਇਹਦਾ ਮਤਲਬ ਸੱਚ ਤਾਂ ਹਰ ਥਾਂ ਤੇ ਵਰਸ ਰਿਹਾ ਹੈ, ਦਇਆ ਤਾਂ ਹਰ ਥਾਂ ਤੇ ਵਰਸ ਰਹੀ ਹੈ, ਪ੍ਰੇਮ ਤਾਂ ਹਰ ਥਾਂ ਤੇ ਵਰਸ ਰਹੀ ਹੈ, ਤੇ ਇਹਨੂੰ ਹੀ ਅੰਮ੍ਰਿਤ ਕਹਿੰਦੇ ਨੇ। ਹੋਰ ਕੋਈ ਅੰਮ੍ਰਿਤ ਸਮੁੰਦਰ ਤੋਂ ਥੋੜਾ ਨਿਕਲਣਾ ਹੈ, ਹੋਰ ਕੋਈ ਅੰਮ੍ਰਿਤ ਦਾ ਚਸ਼ਮਾ ਪਹਾੜ ਦੇ ਵਿੱਚੋਂ ਥੋੜਾ ਵਗਣਾ ਹੈ। ਅੰਮ੍ਰਿਤ ਸਦਾ ਵਰਸਦਾ ਹਰ ਵਕਤ ਤੁਹਾਡੇ ਅੰਦਰ ਹੈ। ਆਤਮਿਕ ਜੀਵਨ ਦੇਣ ਵਾਲੇ ਗੁਣ ਅੰਦਰ ਵਰਸ ਰਹੇ ਨੇ। ਬੂਝਣ ਹਾਰ, ਪਰ ਇਸ ਗੱਲ ਨੂੰ ਕੋਈ ਸਮਝ ਰੱਖਣ ਵਾਲਾ ਬੰਦਾ ਸਮਝਦਾ, ਸਾਰੇ ਸਮਝਦੇ ਨਹੀਂ। ਜੇ ਸਾਰਿਆਂ ਦੀ ਸਮਝ ਵਿੱਚ ਇਹ ਗੱਲ ਪੈ ਜਾਏ ਕਿ ਅੰਮ੍ਰਿਤ ਤੇ ਵਰਸ ਰਿਹਾ ਹੈ, ਤੇ ਉਸ ਅੰਮ੍ਰਿਤ ਨੂੰ ਮਾਨਣਾ ਸ਼ੁਰੂ ਕਰ ਦੇਣ ਤਾਂ ਜ਼ਿੰਦਗੀ ਬਦਲ ਜਾਏਗੀ। ਇਸ ਗੱਲ ਨੂੰ ਬਹੁਤ ਘੱਟ ਲੋਕ ਸਮਝਦੇ ਨੇ ਕਿ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ। ਇੱਕ ਵੀ ਬੰਦਾ, ਇਸਤਰੀ ਪੁਰਸ਼ ਐਸਾ ਨਹੀਂ ਜਿਹਦੇ ਵਿੱਚ ਰੱਬ ਨੇ ਗੁਣ ਨਾ ਪਾਏ ਹੋਣ, ਜਾਂ ਜਿਹਦੇ ਵਿੱਚ ਗੁਣ ਧਾਰਨ ਦੀ ਸਮਰੱਥਾ ਪੋਸੀਬਿਲਿਟੀ ਨਾ ਹੋਵੇ। ਹਰ ਇੱਕ ਦੇ ਅੰਦਰ ਹੈ, ਪਰ ਇਸ ਗੱਲ ਨੂੰ ਲੋਕ ਸਮਝ ਨਹੀਂ ਰਹੇ, ਇਹਨੂੰ ਇੰਪਲੀਮੈਂਟ ਨਹੀਂ ਕਰ ਰਹੇ, ਇਸ ਕਰਕੇ ਦੁੱਖਾਂ ਵਿੱਚ ਨੇ। ਦਸਮ ਦੁਆਰ ਵਿੱਚ ਪ੍ਰਾਣ ਚੜਾਉਣਗੇ, ਵਰਤ ਰੱਖਣ ਲਈ ਤਿਆਰ ਨੇ, ਸਰਾਧ ਕਰਨ ਲਈ ਤਿਆਰ ਨੇ, ਫੁੱਲ ਚੁੱਕ ਕੇ ਕਿਸੇ ਦਰਿਆ ਵਿੱਚ ਸੁੱਟਣ ਵਾਸਤੇ ਤਿਆਰ ਨੇ, ਧੂਫਾਂ ਬੱਤੀਆਂ ਜਿੰਨੀਆਂ ਮਰਜ਼ੀ ਉਹਨਾਂ ਨੂੰ ਕੋ ਘੁਮਾ ਦੇਣਗੇ, ਲੇਕਿਨ ਸੱਚ ਬੋਲਣ ਲਈ ਤਿਆਰ ਨਹੀਂ, ਕਿਉਂਕਿ ਸਮਝ ਨਹੀਂ ਹੈ ਨਾ ਕਿ ਸੁੱਖ ਜਿਹੜਾ ਹੈ ਗੁਨਾਹ ਕਰਕੇ ਹੈ। ਜੇ ਇਸ ਚੀਜ਼ ਦੀ ਸਮਝ ਆ ਜਾਏ, ਬੰਦਾ ਇਹਨੂੰ ਸਮਝ ਲੈ, ਜ਼ਿੰਦਗੀ ਦਾ ਬੇੜਾ ਪਾਰ ਹੋ ਜਾਏਗਾ। ਗੁਰਮੁਖ ਜਿਨਨੀ ਬੁਝਿਆ, ਹਰ ਅੰਮ੍ਰਿਤ ਰੱਖਿਆ ਉਰਤਾਰ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਜਿਨਨੀ ਬੁਝਿਆ ਦਾ ਮਤਲਬ ਜਿਨ੍ਹਾਂ ਨੇ ਸਮਝ ਲਿਆ, ਜਿਨ੍ਹਾਂ ਨੇ ਇਹ ਭੇਤ ਪਾ ਲਿਆ, ਜਿਨ੍ਹਾਂ ਨੂੰ ਸਮਝ ਆ ਗਈ ਕਿ ਗੱਲ ਤੇ ਠੀਕ ਹੈ। ਤੇ ਗੁਰੂ ਜੀ ਜੋ ਗੱਲ ਕਹਿ ਰਹੇ ਨੇ ਕਿ ਸੱਚ ਸਭਨਾ ਹੋਏ, दारू ਪਾਪ ਕੱਢੇ ਧੋਏ, ਗੁਰੂ ਜੀ ਸਾਨੂੰ ਸਮਝਾ ਰਹੇ ਨੇ ਸਭ ਮੈਂ ਜੋ ਜੋ ਤੈ ਸੋਏ। ਗੱਲ ਤੇ ਸੱਚੀ ਹੈ। ਤੇ ਗੁਰੂ ਦੇ ਜ਼ਰੀਏ ਜਿਨ੍ਹਾਂ ਨੇ ਸਮਝ ਲਿਆ, ਹਰ ਅੰਮ੍ਰਿਤ ਰੱਖਿਆ ਉਰਤਾਰ, ਉਰ ਦਾ ਮਤਲਬ ਹਿਰਦਾ, ਉਹਨਾਂ ਨੇ ਫਿਰ ਇਸ ਅੰਮ੍ਰਿਤ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਸਾਂਭ ਲਿਆ। ਰੱਖਿਆ ਦਾ ਮਤਲਬ ਸਾਂਭ ਲਿਆ। ਉਹਨਾਂ ਨੇ ਫਿਰ ਇੰਪਲੀਮੈਂਟ ਕੀਤਾ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਫਿਰ ਇਸ ਆਤਮਿਕ ਜੀਵਨ ਦੇਣ ਵਾਲੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ, ਇਹਨਾਂ ਨੂੰ ਫਿਰ ਯੂਜ਼ ਕਰਦੇ ਨੇ। ਇਹ ਨਿਸ਼ਾਨੀ ਹੈ ਉਹਨਾਂ ਦੀ, ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੇ ਸਮਝ ਲਿਆ, ਉਹ ਇੰਪਲੀਮੈਂਟ ਕਰਨਗੇ। ਉਹ ਸਤ ਸੰਤੋਖ ਦਇਆ ਧਰਮ ਨੂੰ ਗਵਾਉਣਗੇ ਨਹੀਂ, ਉਹ ਆਪਣੇ ਅੰਦਰੋਂ ਇਨਸਾਨੀਅਤ ਨੂੰ ਗਵਾਚਣ ਨਹੀਂ ਦੇਣਗੇ। ਸਰੀਰ ਉਹਨਾਂ ਦਾ ਗਵਾਚ ਜਾਏ, ਆਰੇ ਨਾਲ ਚਿਰ ਜਾਏ, ਸਰੀਰ ਉਹਨਾਂ ਦੇ ਨੂੰ ਤੂੰਬੀਆਂ ਕਰਕੇ ਅੜਾ ਦੇਵੇ, ਤੂੰਬੇ ਚ ਰਖੜੀਆਂ ਤੇ ਚੜਾ ਕੇ, ਪਰ ਉਹ ਸੱਚ ਨੂੰ ਨਹੀਂ ਗਵਾਚਣ ਦਿੰਦੇ, ਕਿਉਂਕਿ ਉਹਨਾਂ ਨੇ ਸਾਂਭ ਲਿਆ ਹੈ, ਇੰਪਲੀਮੈਂਟ ਕਰ ਲਿਆ ਹੈ। ਇਹ ਉਹਨਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਨੇ ਬੁੱਝ ਲਿਆ, ਜਿਨ੍ਹਾਂ ਨੇ ਸਮਝ ਲਿਆ। ਜਿਨ੍ਹਾਂ ਦੀ ਸਮਝ ਵਿੱਚ ਆ ਜਾਂਦੀ ਹੈ ਨਾ, ਫਿਰ ਉਹ ਲੋਕ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਨੇ। ਤੇ ਜੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਤਾਂ ਇਹਦਾ ਮਤਲਬ ਸਾਨੂੰ ਸਮਝ ਗੱਲ ਦੀ ਨਹੀਂ ਆਈ। ਜੇ ਮੈਂ ਮਨ ਬਚਨ ਕਰਮ ਕਰਕੇ ਇਹਨਾਂ ਗੁਣਾਂ ਦਾ ਧਾਰਨੀ ਨਹੀਂ ਹਾਂ, ਤਾਂ ਇਹਦਾ ਮੀਨਿੰਗ ਸਿੱਧਾ ਜਿਹਾ ਇਹ ਹੈ ਕਿ ਮੈਨੂੰ ਇਹ ਗੱਲ ਸਮਝ ਹੀ ਨਹੀਂ ਆਈ। ਜੇ ਸਮਝ ਆਈ ਹੁੰਦੀ ਤੇ ਮੈਂ ਇੰਪਲੀਮੈਂਟ ਕਰ ਲੈਣਾ ਸੀ। ਹਰ ਅੰਮ੍ਰਿਤ ਪੀਵੇਂ, ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰ। ਤੇ ਜਿਨ੍ਹਾਂ ਨੂੰ ਸਮਝ ਆ ਗਈ ਗੁਰ ਸ਼ਬਦ ਰਾਹੀਂ, ਜਿਨ੍ਹਾਂ ਨੇ ਉਸ ਨੂੰ ਆਪਣੇ ਅੰਦਰ ਵਸਾ ਲਿਆ, ਫਿਰ ਉਹ ਕਰਦੇ ਕੀ ਨੇ? ਹਰ ਅੰਮ੍ਰਿਤ ਪੀਵੇਂ, ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਨੇ। ਪੀਂਦੇ ਦਾ ਮਤਲਬ ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਉਂਦੇ ਨੇ। ਸੱਚ ਨੂੰ ਪੀਣ ਦਾ ਮਤਲਬ ਸੱਚ ਨੂੰ ਵਰਤ ਰਹੇ ਨੇ। ਦਇਆ ਨੂੰ ਪੀਣ ਦਾ ਮਤਲਬ ਦਇਆ ਦੀ ਵਰਤੋਂ ਕਰ ਰਹੇ ਨੇ। ਪ੍ਰੇਮ ਨੂੰ ਪੀਣ ਦਾ ਮਤਲਬ ਜ਼ਿੰਦਗੀ ਵਿੱਚ ਪ੍ਰੇਮ ਦੀ ਵਰਤੋਂ ਕਰ ਰਹੇ ਨੇ, ਮਾਣ ਰਹੇ ਨੇ ਉਸ ਚੀਜ਼ ਨੂੰ।
ਹਰ ਅੰਮ੍ਰਿਤ ਪੀਵੇਂ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨੂੰ ਪੀਂਦੇ ਨੇ, ਮਾਣਦੇ ਨੇ, ਮੀਨਸ ਕਿ ਉਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। ਸਦਾ ਰੰਗ ਰਾਤੇ ਤੇ ਸਦਾ ਹੀ ਰੱਬੀ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਦ્વੈਸ਼ ਨਹੀਂ, ਵੈਰ ਨਹੀਂ, ਵਿਰੋਧ ਨਹੀਂ। ਉਹਨਾਂ ਦੇ ਜੀਵਨ ਵਿੱਚ ਸਿਰਫ ਗੁਣਾਂ ਦਾ ਪ੍ਰੇਮ ਹੈ। ਸਦਾ ਰੰਗ ਰਾਤੇ ਦਾ ਮਤਲਬ ਸਦਾ ਹੀ ਰੱਬੀ ਗੁਣਾਂ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ। ਸੱਚ ਦੇ ਪ੍ਰੇਮ ਵਿੱਚ, ਦਇਆ ਦੇ ਪ੍ਰੇਮ ਵਿੱਚ, ਇਹਨਾਂ ਗੁਣਾਂ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ। ਤੇ ਰੰਗੇ ਕੌਣ ਨੇ? ਉਹਨਾਂ ਦੀ ਨਿਸ਼ਾਨੀ ਕੀ ਹੈ? ਹਉਮੈ, ਤ੍ਰਿਸ਼ਨਾ, ਮਾਰ। ਉਹਨਾਂ ਨੇ ਆਪਣੇ ਅੰਦਰੋਂ ਹਉਮੈ ਔਰ ਤ੍ਰਿਸ਼ਨਾ ਨੂੰ ਮਾਰ ਲਿਆ। ਹਉਮੈ ਔਰ ਤ੍ਰਿਸ਼ਨਾ ਨੂੰ ਮਾਰ ਕੇ ਰੱਬੀ ਗੁਣਾਂ ਦੇ ਪ੍ਰੇਮ ਅੰਦਰ ਰੰਗੇ ਨੇ ਔਰ ਸਦਾ ਆਤਮਕ ਜੀਵਨ ਦਾ ਆਨੰਦ ਮਾਣਦੇ ਨੇ। ਤੇ ਜਦੋਂ ਤੱਕ ਈਗੋ ਹੈ, ਹੰਕਾਰ ਹੈ, ਚਾਹੇ ਸੁਪਰੀਓਰਿਟੀ ਕੰਪਲੈਕਸ ਹੈ ਜਾਂ ਇਨਫੀਰੀਓਰਿਟੀ ਕੰਪਲੈਕਸ ਹੈ, ਔਰ ਜਦੋਂ ਤੱਕ ਅੰਦਰ ਤ੍ਰਿਸ਼ਨਾ ਹੈ, ਉਦੋਂ ਤੱਕ ਬੰਦਾ ਇਹ ਆਤਮਕ ਜੀਵਨ ਦਾ ਆਨੰਦ ਨਹੀਂ ਮਾਣ ਸਕਦਾ। ਹੁਣ ਅੰਮ੍ਰਿਤ ਕੀ ਹੈ? ਜਿਹੜਾ ਪਿਛਲੀ ਪੌੜੀ ਦੇ ਵਿੱਚ ਕਹਿ ਰਹੇ ਨੇ ਕਿ ਅੰਮ੍ਰਿਤ ਪੀਵੇਂ, ਅੰਮ੍ਰਿਤ ਰੱਖੇ ਉਰਤਾਰ, ਉਹ ਅੰਮ੍ਰਿਤ ਕੀ ਹੈ? ਹੁਣ ਦੱਸ ਰਹੇ ਨੇ ਅੰਮ੍ਰਿਤ ਹੈ ਕੀ। ਅੰਮ੍ਰਿਤ ਹਰ ਕਾ ਨਾਮ ਹੈ, ਵਰਸੈ ਕਿਰਪਾ ਧਾਰ। ਤੇ ਨਾਮ ਦਾ ਮਤਲਬ ਹੈ ਹੁਕਮ। ਅੰਮ੍ਰਿਤ ਹਰ ਕਾ ਨਾਮ ਹੈ, ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਹੁਕਮ ਹੈ। ਹੁਕਮ ਦੇ ਅੰਦਰ ਚੱਲੇਗਾ ਬੰਦਾ ਤਾਂ ਆਤਮਕ ਜ਼ਿੰਦਗੀ ਜੀਵੇਗਾ, ਇਨਸਾਨੀਅਤ ਜ਼ਿੰਦਾ ਰਹੇਗੀ। ਤੇ ਜੇ ਹੁਕਮ ਨੂੰ ਭੁੱਲ ਜਾਏ ਤਾਂ ਬੰਦੇ ਦੇ ਅੰਦਰੋਂ ਆਤਮਕ ਮੌਤ ਹੋਏਗੀ। ਹੁਣ ਸਾਨੂੰ ਜੇ ਗੁਰੂ ਦਾ ਹੁਕਮ ਯਾਦ ਹੈ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਪਰਤ੍ਰੇ ਰੂਪ ਨਾ ਪੇਖੇ ਨੇਤਰ, ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਹਕ ਪਰਾਇਆ ਨਾਨਕਾਉ ਸੂਰਸ ਗਾਏ। ਜੇ ਗੁਰੂ ਦਾ ਹੁਕਮ ਸਾਨੂੰ ਯਾਦ ਹੈ ਔਰ ਇਸ ਹੁਕਮ ਨੂੰ ਅਸੀਂ ਵਰਤੋਂ ਵਿੱਚ ਲਿਆ ਰਹੇ ਹਾਂ ਤਾਂ ਇਹ ਹੁਕਮ ਹੀ ਅੰਮ੍ਰਿਤ ਹੈ। ਇਹ ਹੁਕਮ ਆਤਮਕ ਜੀਵਨ ਦੇਣ ਵਾਲਾ ਹੈ। ਤੇ ਜਿਹੜਾ ਇਸ ਹੁਕਮ ਨੂੰ ਨਹੀਂ ਮੰਨੇਗਾ, ਆਤਮਕ ਮੌਤ ਤੇ ਮਰੇਗਾ, ਇਨਸਾਨੀਅਤ ਅੰਦਰੋਂ ਖਤਮ ਹੋਏਗੀ। ਤਾਂ ਅੰਮ੍ਰਿਤ ਹਰ ਕਾ ਨਾਮ ਹੈ। ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਹੁਕਮ, ਰੱਬੀ ਰਜਾ, ਪ੍ਰਭੂ ਦੀ ਸਿਫਤ ਸਲਾਹ ਆਤਮਕ ਜੀਵਨ ਦੇਣ ਵਾਲਾ ਜਲ ਹੈ। ਵਰਸੈ ਕਿਰਪਾ ਧਾਰ, ਤੇ ਵਸਦਾ ਉਦੋਂ ਜਦੋਂ ਪ੍ਰਭੂ ਦੀ ਰਹਿਮਤ ਹੁੰਦੀ ਹੈ। ਪ੍ਰਭੂ ਦੀ ਰਹਿਮਤ ਹੁੰਦੀ ਹੈ। ਇਸ ਚੀਜ਼ ਨੂੰ ਅਸਾਂ ਕਈ ਵਾਰ ਵਿਚਾਰਿਆ ਹੈ ਕਿ ਰਹਿਮਤ ਵੀ ਹਰ ਥਾਂ ਤੇ ਬਰਸ ਰਹੀ ਹੈ। ਅਸੀਂ ਰਹਿਮਤ ਦੇ ਪਾਤਰ ਬਣਨਾ ਹੈ ਕਿ ਅਸੀਂ ਕਿੰਨੀ ਕੁ ਰਹਿਮਤ ਪ੍ਰਾਪਤ ਕਰਦੇ ਹਾਂ, ਕਿੰਨੀ ਕੁ ਅਸੀਂ ਰਿਕੁਆਇਰਮੈਂਟ ਪੂਰੀ ਕਰਦੇ ਹਾਂ। ਤਾਂ ਜਦੋਂ ਰੱਬ ਦੀ ਰਹਿਮਤ ਦਾ ਪਾਤਰ ਬੰਦਾ ਬਣਦਾ ਹੈ, ਉਹਦੇ ਅੰਦਰ ਇਹ ਨਾਮ ਅੰਮ੍ਰਿਤ ਵਸਦਾ ਹੈ, ਭਾਵ ਕਿ ਉਹ ਇਹਦਾ ਆਨੰਦ ਮਾਣਦਾ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਆਤਮ ਰਾਮ ਮੁਰਾਰ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਨਦਰੀ ਆਇਆ ਦਾ ਮਤਲਬ ਨਜ਼ਰ ਵਿੱਚ ਆਉਂਦਾ ਹੈ, ਦਿਸਦਾ ਹੈ। ਹਰ ਆਤਮ ਰਾਮ ਦਾ ਮਤਲਬ ਪ੍ਰਭੂ, ਮੁਰਾਰ ਦਾ ਮਤਲਬ ਮੁਰ, ਰਾਖਸ਼ ਨੂੰ ਮਾਰਨ ਵਾਲਾ, ਯਾਨੀ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ। ਤਾਂ ਜਿਹੜਾ ਪ੍ਰਭੂ ਸਰਬ ਵਿਆਪਕ ਹੈ, ਜੋ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਹੈ, ਉਹ ਸਤਿਗੁਰ ਦੇ ਰਾਹੀਂ ਨਜ਼ਰੀ ਪੈਂਦਾ ਹੈ। ਗੁਰਮੁਖ ਨਜ਼ਰੀ ਆਇਆ, ਗੁਰੂ ਦੇ ਰਾਹੀਂ ਦਿਸਦਾ ਹੈ, ਗੁਰੂ ਗਿਆਨ ਰਾਹੀਂ ਦਿਸਦਾ ਹੈ। ਹੁਣ ਗੁਰੂ ਰਾਹੀਂ ਕਿਵੇਂ ਦਿਸਦਾ ਹੈ, ਚੀਜ਼ ਸਮਝਣ ਵਾਲੀ ਹੈ। ਗੁਰੂ ਜੀ ਨੇ ਸਾਨੂੰ ਡਾਇਰੈਕਟ ਕਹਿਣਾ ਹੈ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਗੁਰੂ ਜੀ ਨੇ ਸਾਨੂੰ ਡਾਇਰੈਕਟ ਕਹਿਣਾ ਹੈ ਕਿ ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਓ ਤੇ ਮਨ, ਬਚਨ, ਕਰਮ ਕਰਕੇ ਰੱਬੀ ਹੁਕਮ ਵਿੱਚ ਤੁਰੋ ਤੇ ਇਸ ਸੰਸਾਰ ਨੂੰ ਨਿਰੰਕਾਰ ਦੇ ਰੂਪ ਵਿੱਚ ਵੇਖੋ। ਜੇ ਅਸੀਂ ਇਸ ਚੀਜ਼ ਨੂੰ ਫੋਲੋ ਕਰ ਲਈਏ ਤੇ ਸਾਨੂੰ ਦਿਸੇਗਾ ਸਭ ਮੈਂ ਜੋਤ ਜੋਤ ਐ ਸੋਏ। ਇਸ ਰਾਹ ਰਾਹੀਂ ਦਿਸਣਾ ਸੀ, ਪਰ ਅਸੀਂ ਗੁਰੂ ਦੀ ਇਸ ਸੋਚ ਨੂੰ ਨਹੀਂ ਅਪਣਾਇਆ, ਇਸ ਕਰਕੇ ਸਾਨੂੰ ਦਿਸ ਨਹੀਂ ਰਿਹਾ। ਅਸੀਂ ਸੋਚ ਅਪਣਾ ਲਈ ਕਿਸੇ ਪ੍ਰਚਾਰਕ ਦੀ ਜਾਂ ਬਾਬੇ ਦੀ ਵੀ ਦਸਮ ਦੁਆਰ ਵਿੱਚ ਪ੍ਰਾਨ ਚੜਾਓ, ਮਾਲਾ ਫੇਰੋ, ਪੁੱਠੇ ਸਿੱਧੇ ਸਾਹ ਲਓ, ਤੀਰਥਾਂ ਤੇ ਜਾਓ। ਉਹਨਾਂ ਗੱਲਾਂ ਨਾਲ ਨਜ਼ਰੀ ਨਹੀਂ ਪੈਣਾ, ਨਾ ਪਿਆ ਹੈ। ਗੁਰੂ ਦੇ ਜ਼ਰੀਏ ਨਜ਼ਰੀ ਪੈਣਾ ਸੀ। ਗੁਰੂ ਦੇ ਗਿਆਨ ਰਾਹੀਂ ਉਹਨੂੰ ਜੇਕਰ ਇੰਪਲੀਮੈਂਟ ਕੀਤਾ ਜਾਏ ਤਾਂ ਸਰਬ ਵਿਆਪਕ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਪ੍ਰਭੂ ਹਰ ਥਾਂ ਤੇ ਨਜ਼ਰੀ ਪੈਂਦਾ ਹੈ। ਪੌੜੀ ਅਤੁਲ ਕਿਉਂ ਤੋਲੀਐ,
ਵਿਣ ਤੋਲੇ ਪਾਇਆ ਨਾ ਜਾਏ। ਅਤੁਲ ਦਾ ਮਤਲਬ ਪ੍ਰਭੂ ਅਤੁਲਵਾ ਹੈ, ਰੱਬ ਨੂੰ ਤੋਲਿਆ ਨਹੀਂ ਜਾ ਸਕਦਾ। ਰੱਬ ਦੇ ਇਸ ਸੰਸਾਰ ਨੂੰ ਕਿਵੇਂ ਮਿਣੋਗੇ, ਧਰਤੀ ਨੂੰ ਕਿਵੇਂ ਤੋਲੋਗੇ, ਪਾਣੀ ਨੂੰ ਕਿਵੇਂ ਤੋਲੋਗੇ? ਤੇ ਫਿਰ ਕੱਲੀ ਧਰਤੀ ਨਹੀਂ, ਇੱਥੇ ਤੇ ਅਨੰਤ ਖੰਡ ਮੰਡਲ ਬ੍ਰਹਿਮੰਡ ਨੇ, ਰੱਬ ਦੇ ਗੁਣਾਂ ਨੂੰ ਕਿਵੇਂ ਨਾਪੋਗੇ? ਤਾਂ ਪ੍ਰਭੂ ਅਤੁੱਲ ਹੈ, ਉਹਦੀਆਂ ਸਾਰੀਆਂ ਦਾਤਾਂ, ਸਾਰੀ ਸ਼ਕਤੀ, ਸਾਰਾ ਬ੍ਰਹਿਮੰਡ, ਸਾਰੇ ਗੁਣ ਤੋਲੇ ਨਹੀਂ ਜਾ ਸਕਦੇ, ਮਿਣੇ ਨਹੀਂ ਜਾ ਸਕਦੇ। ਪਰ ਨਾਲ ਕਹਿ ਰਹੇ ਨੇ ਵਿਣ ਤੋਲੇ ਪਾਇਆ ਨਾ ਜਾਏ, ਤੋਲਣ ਤੋਂ ਬਿਨਾ ਪਾਇਆ ਨਹੀਂ ਜਾ ਸਕਦਾ। ਇੱਥੇ ਤੋਲਣ ਦਾ ਮਤਲਬ ਹੈ ਗੁਣਾਂ ਦੀ ਵਿਚਾਰ ਕਰਨੀ। ਪਹਿਲੇ ਤੋਲਣ ਦਾ ਮਤਲਬ ਹੈ ਅੰਤ ਪਾਣਾ, ਤੇ ਦੂਜੇ ਤੋਲਣ ਦਾ ਮਤਲਬ ਹੈ ਵਿਚਾਰ ਕਰਨੀ, ਜਾਚਣਾ, ਪਰਖਣਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੇ ਅਨੰਤ ਗੁਣ ਨੇ, ਉਹਦੇ ਸਾਰੇ ਗੁਣ ਮਿਣੇ ਨਹੀਂ ਜਾ ਸਕਦੇ, ਪਰ ਉਹਦੇ ਗੁਣਾਂ ਦੀ ਵਿਚਾਰ ਕਰਨ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਉਹ ਜੋ ਅਨੰਤ ਪ੍ਰਭੂ ਹੈ, ਉਹਦੀ ਪ੍ਰਾਪਤੀ ਗੁਣਾਂ ਰਾਹੀਂ ਹੋਵੇਗੀ, ਗੁਣਾਂ ਨੂੰ ਇੰਪਲੀਮੈਂਟ ਕਰਕੇ ਹੋਏਗੀ। ਗੁਰ ਕੈ ਸ਼ਬਦ ਵਿਚਾਰੀਐ, ਗੁਣ ਮੈਂ ਰਹਿ ਸਮਾਏ। ਹੁਣ ਗੁਣਾਂ ਦੀ ਵਿਚਾਰ ਕਿਵੇਂ ਕਰੀਏ ਕਿ ਗੁਣ ਕੀ ਹੈ ਤੇ ਔਗਣ ਕੀ ਹੈ? ਇੱਕ ਦੀ ਨਜ਼ਰ ਦੇ ਵਿੱਚ ਇੱਕ ਚੀਜ਼ ਗੁਣ ਹੋ ਸਕਦੀ ਹੈ, ਦੂਜੇ ਦੀ ਚੀਜ਼ ਵਿੱਚ ਔਗਣ ਹੋ ਸਕਦੀ ਹੈ। ਹੁਣ ਜੇ ਜੈਨੀ ਨੇ ਤਾਂ ਉਹ ਕਹਿੰਦੇ ਨੇ ਨਿੱਕੀ ਜਿਹੀ ਕੀੜੀ ਵੀ ਮਰ ਜਾਏ ਤੇ ਪਾਪ ਹੈ, ਉਹਨਾਂ ਦੀ ਨਜ਼ਰ ਵਿੱਚ ਉਹ ਬਹੁਤ ਵੱਡਾ ਪਾਪ ਹੈ। ਲੇਕਿਨ ਮੁਸਲਮਾਨ ਵੀਰ ਨੇ ਉਹ ਕਹਿੰਦੇ ਨੇ ਵੀ ਮਤਲਬ ਸਾਰੇ ਜਾਨਵਰ ਇੱਕ ਸੂਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਖਾ ਲੈਣਾ ਕੋਈ ਪਾਪ ਨਹੀਂ ਹੈ। ਇਸੇ ਤਰ੍ਹਾਂ ਸਾਡੇ ਵਿੱਚ ਵੀ ਨੇ ਕਈ ਲੋਕ ਕਹਿੰਦੇ ਨੇ ਮੀਟ ਖਾਣਾ ਪਾਪ ਹੈ, ਦੂਜੇ ਕਹਿੰਦੇ ਨੇ ਨਹੀਂ ਪਾਪ। ਤਾਂ ਇੱਕ ਦੀ ਸੋਚ ਅੰਦਰ ਕੋਈ ਚੀਜ਼ ਗਲਤ ਹੋ ਸਕਦੀ ਹੈ, ਦੂਜੇ ਦੀ ਠੀਕ ਹੋ ਸਕਦੀ ਹੈ। ਇਹਦਾ ਨਿਰਣਾ ਕਿਵੇਂ ਕਰੀਏ? ਤਾਂ ਗੁਰੂ ਜੀ ਕਹਿੰਦੇ ਨੇ ਗੁਰ ਕੈ ਸ਼ਬਦ ਵਿਚਾਰੀਐ, ਕੀ ਗੁਣ ਹੈ, ਕੀ ਔਗਣ ਹੈ, ਕੀ ਸੱਚ ਹੈ, ਕੀ ਝੂਠ ਹੈ, ਗੁਰੂ ਦੇ ਗਿਆਨ ਰਾਹੀਂ ਵਿਚਾਰਨਾ ਚਾਹੀਦਾ ਹੈ। ਯਾਨੀ ਯੂਨੀਵਰਸਲ ਟਰੂਥ ਨੂੰ ਬੇਸ ਬਣਾ ਕੇ ਪਰਖਣਾ ਚਾਹੀਦਾ ਹੈ, ਤੇ ਗੁਰਬਾਣੀ ਯੂਨੀਵਰਸਲ ਟਰੂਥ ਹੈ। ਤਾਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਗੁਰੂ ਦੇ ਸ਼ਬਦ ਰਾਹੀਂ ਹੁੰਦੀ ਹੈ। ਤੇ ਜਿਹੜੇ ਗੁਣਾਂ ਦੀ ਵਿਚਾਰ ਕਰਦੇ ਨੇ, ਗੁਣ ਮਹਿ ਰਹਿ ਸਮਾਏ, ਉਹ ਗੁਣਾਂ ਦੇ ਵਿੱਚ ਹੀ ਮਗਨ ਰਹਿੰਦੇ ਨੇ, ਗੁਣਾਂ ਵਿੱਚ ਹੀ ਸਮਾਏ ਰਹਿੰਦੇ ਨੇ। ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਔਗਣਾਂ ਦੀ ਗੱਲ ਹੀ ਨਹੀਂ ਕਰਦੇ, ਉਹ ਨੈਗੇਟਿਵਿਟੀ ਵਾਲੇ ਬੋਲਾਂ ਦੀ ਵਿਚਾਰ ਹੀ ਨਹੀਂ ਕਰਦੇ, ਉਹ ਪੋਜ਼ਿਟਿਵ ਸੋਚਦੇ ਨੇ, ਸਕਾਰਾਤਮਕ ਸੋਚਦੇ ਨੇ। ਉਹ ਸਮੱਸਿਆਵਾਂ ਨੂੰ ਨਹੀਂ ਗਿਣਦੇ ਰਹਿੰਦੇ, ਸਗੋਂ ਸਮੱਸਿਆਵਾਂ ਦਾ ਸੋਲੂਸ਼ਨ ਲੱਭਦੇ ਨੇ। ਉਹ ਗੁਣਾਂ ਦੇ ਅੰਦਰ ਸਮਾਏ ਰਹਿੰਦੇ ਨੇ। ਆਪਣਾ ਆਪ ਤੋਲਸੀ, ਆਪੇ ਮਿਲੇ ਮਿਲਾਏ। ਆਪਣਾ ਆਪ ਤੋਲਸੀ ਦਾ ਮਤਲਬ ਕਿ ਪ੍ਰਭੂ ਆਪਣਾ ਅੰਤ ਆਪ ਹੀ ਜਾਣਦਾ ਹੈ, ਆਪਣੇ ਆਪ ਬਾਰੇ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ, ਕਿੰਨੇ ਉਹਦੇ ਵਿੱਚ ਗੁਣ ਨੇ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਆਪੇ ਮਿਲੇ, ਆਪ ਹੀ ਮਿਲਦਾ ਹੈ। ਮਿਲਾਏ ਦਾ ਮਤਲਬ ਮਿਲਾਇਆ ਹੋਇਆ, ਗੁਰੂ ਦਾ ਮਿਲਾਇਆ ਹੋਇਆ ਆਪ ਹੀ ਮਿਲਦਾ ਹੈ। ਗੁਰੂ ਦਾ ਮਿਲਾਇਆ ਹੋਇਆ ਮਿਲਦਾ ਹੈ, ਭਾਵ ਗੁਰੂ ਦੇ ਜ਼ਰੀਏ ਮਿਲਦਾ ਹੈ। ਇਸकी ਕੀਮਤ ਨਾ ਪਵੇ, ਕਹਿਣਾ ਕਿਛੂ ਨਾ ਜਾਏ। ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿੱਡਾ ਵੱਡਾ ਹੈ, ਕਹਿਣਾ ਕਿਛੂ ਨਾ ਜਾਏ, ਇਹਦੇ ਬਾਰੇ ਕੋਈ ਗੱਲ ਨਹੀਂ ਕਹੀ ਜਾ ਸਕਦੀ। ਹਉ ਬਲਿਹਾਰੀ ਗੁਰ ਆਪਣੇ, ਜਿਨ ਸੱਚੀ ਬੂਝ ਦਿੱਤੀ ਬੁਝਾਏ। ਬੂਝ ਦਾ ਮਤਲਬ ਸੂਝ ਸਮਝ। ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ, ਜਿਸ ਨੇ ਮੈਨੂੰ ਸੱਚੀ ਸੂਝ ਦਿੱਤੀ ਹੈ। ਬੂਝ ਦਾ ਮਤਲਬ ਇੱਥੇ ਹੈ ਸੂਝ, ਸਿੱਖਿਆ। ਮੈਨੂੰ ਸੱਚੀ ਸਮਝ ਬਖਸ਼ੀ ਹੈ, ਕਾਮਨ ਸੈਂਸ ਬਖਸ਼ੀ ਹੈ, ਵਿਵੇਕ ਬੁੱਧ ਬਖਸ਼ੀ ਹੈ। ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ। ਜਗਤ ਮੁਸੈ ਅੰਮ੍ਰਿਤ ਲੁੱਟੀ ਹੈ, ਮਨਮੁਖ ਬੂਝ ਨਾ ਪਾਏ। ਮੁਸੈ ਦਾ ਮਤਲਬ ਲੁੱਟਿਆ ਜਾ ਰਿਹਾ ਹੈ, ਠੱਗਿਆ ਜਾ ਰਿਹਾ ਹੈ। ਤਾਂ ਗੁਰੂ ਦੀ ਮੱਤ ਤੋਂ ਬਿਨਾਂ ਜਗਤ ਠੱਗਿਆ ਜਾ ਰਿਹਾ ਹੈ ਔਰ ਅੰਮ੍ਰਿਤ ਲੁੱਟਿਆ ਜਾ ਰਿਹਾ ਹੈ, ਆਤਮਿਕ ਜੀਵਨ ਲੁੱਟਿਆ ਜਾ ਰਿਹਾ ਹੈ, ਇਨਸਾਨੀਅਤ ਅੰਦਰੋਂ ਲੁੱਟੀ ਜਾ ਰਹੀ ਹੈ। ਮਨਮੁਖ ਬੂਝ ਨਾ ਪਾਏ, ਆਪ ਹੁਦਰੇ ਮਨੁੱਖ ਨੂੰ ਸਮਝ ਨਹੀਂ ਪੈ ਰਹੀ ਕਿ ਮੇਰੇ ਅੰਦਰੋਂ ਆਤਮਿਕ ਜੀਵਨ ਲੁੱਟਿਆ ਜਾ ਰਿਹਾ ਹੈ। ਤਾਂ ਇਹ ਗੱਲ ਸਮਝਣ ਵਾਲੀ, ਦੇਖੋ ਜਦੋਂ ਮੈਂ ਝੂਠ ਬੋਲਦਾ ਨਾ, ਤਾਂ ਉਹਦੇ ਮੇਰੇ ਅੰਦਰੋਂ ਇਨਸਾਨੀਅਤ ਲੁੱਟੀ ਜਾਂਦੀ ਹੈ। ਮੈਂ ਫਿਰ ਬੇਗਾਨਾ ਹੱਕ ਖਾਨਾ, ਅੰਦਰੋਂ ਇਨਸਾਨੀਅਤ ਲੁੱਟੀ ਜਾਂਦੀ ਹੈ। ਮੈਂ ਕਿਸੇ ਧੀ ਭੈਣ ਵੱਲ ਮਾੜਾ ਵੇਖਣਾ, ਅੰਦਰੋਂ ਇਨਸਾਨੀਅਤ, ਆਤਮਿਕ ਜੀਵਨ ਲੁੱਟਿਆ ਜਾਂਦਾ ਹੈ। ਤਾਂ ਜਗਤ ਤੇ ਠੱਗਿਆ ਜਾ ਰਿਹਾ ਹੈ, ਆਤਮਿਕ ਜੀਵਨ, ਇਨਸਾਨੀਅਤ ਦੇ ਅੰਦਰੋਂ ਲੁੱਟੀ ਜਾ ਰਹੀ ਹੈ। ਤੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਹੈ, ਉਹ ਇਸ ਚੀਜ਼ ਨੂੰ ਸਮਝਦਾ ਨਹੀਂ।
ਵਿਣ ਨਾਵੇਂ ਨਾਲ ਨਾ ਚਲਸੀ ਜਾਸੀ ਜਨਮ ਗਵਾਏ। ਵਿਣ ਨਾਵੇਂ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ, ਨਾਲ ਨਾ ਚਲਸੀ ਦਾ ਮਤਲਬ ਆਤਮਿਕ ਜੀਵਨ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ। ਰੱਬੀ ਗੁਣਾ ਤੋਂ ਬਿਨਾ ਜਾਸੀ ਜਨਮ ਗਵਾਏ ਦਾ ਮਤਲਬ ਬੰਦਾ ਆਪਣਾ ਜਨਮ ਅਜਾਈ ਗਵਾ ਜਾਂਦਾ ਹੈ, ਅਜਾਈ ਗਵਾ ਜਾਏਗਾ। ਤਾਂ ਰੱਬੀ ਗੁਣਾ ਤੋਂ ਬਿਨਾ, ਰੱਬੀ ਰਜ਼ਾ ਤੋਂ ਬਿਨਾ, ਰੱਬੀ ਸਿਫਤ ਸਲਾਹ ਤੋਂ ਬਿਨਾ ਆਤਮਿਕ ਜੀਵਨ ਦੇ ਵਿੱਚ ਕੋਈ ਵੀ ਸੱਚਾ ਸਾਥੀ ਨਹੀਂ ਹੈ। ਜਿਹੜਾ ਮਨੁੱਖ ਰੱਬੀ ਗੁਣਾ ਦਾ ਤਿਆਗ ਕਰੇਗਾ ਉਹ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲਾ ਜਾਏਗਾ। ਗੁਰਮਤੀ ਜਾਗੇ ਤਿਨੀ ਘਰ ਰੱਖਿਆ, ਦੂਤਾਂ ਕਾ ਕਿਛ ਨਾ ਵਸਾਏ। ਗੁਰਮਤੀ ਜਾਗੇ ਦਾ ਮਤਲਬ ਗੁਰੂ ਦੀ ਮੱਤ ਰਾਹੀਂ ਜੋ ਲੋਕ ਸੁਚੇਤ ਨੇ, ਤਿੰਨ ਘਰ ਰੱਖਿਆ, ਉਹਨਾਂ ਨੇ ਆਪਣੇ ਘਰ ਦੀ ਰੱਖਿਆ ਕਰ ਲਈ, ਉਹਨਾਂ ਨੇ ਆਪਣੇ ਘਰ ਨੂੰ ਬਚਾ ਲਿਆ, ਉਹਨਾਂ ਨੇ ਆਪਣੇ ਆਤਮਿਕ ਜੀਵਨ ਨੂੰ ਬਚਾ ਲਿਆ, ਉਹਨਾਂ ਦਾ ਆਤਮਿਕ ਜੀਵਨ ਲੁੱਟਿਆ ਨਹੀਂ ਗਿਆ। ਦੂਤਾਂ ਕਾ ਕਿਛ ਨਾ ਵਸਾਏ, ਵਸਾਏ ਵਸਾਏ ਦਾ ਮਤਲਬ ਵਸ, ਜ਼ੋਰ। ਦੂਤਾਂ ਦਾ ਮਤਲਬ ਆ ਕਾਮ ਕ੍ਰੋਧ, ਜਿਹੜੇ ਵਿਕਾਰ ਨੇ। ਇਹਨਾਂ ਵਿਕਾਰਾਂ ਦਾ ਉਸ ਬੰਦੇ ਦੇ ਉੱਤੇ ਕੋਈ ਜ਼ੋਰ ਨਹੀਂ ਚੱਲਦਾ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਆਪਣੇ ਘਰ ਨੂੰ ਬਚਾਇਆ ਹੈ। ਤਾਂ ਇਸ ਸੰਸਾਰ ਦੇ ਅੰਦਰ ਆਮ ਮਨੁੱਖ ਦੇ ਅੰਦਰੋਂ ਵਿਕਾਰਾਂ ਵਿੱਚ ਪੈਣ ਕਰਕੇ ਇਹਦੀ ਇਨਸਾਨੀਅਤ, ਆਤਮਿਕ ਜੀਵਨ ਲੁੱਟਿਆ ਜਾ ਰਿਹਾ ਹੈ। ਆਮ ਜੋ ਬੰਦਾ ਹੈ ਆਪ ਖੁਦਰਾ, ਉਹਨੂੰ ਇਸ ਚੀਜ਼ ਦੀ ਸੂਝ ਔਰ ਸਮਝ ਨਹੀਂ ਹੈ। ਪਰ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੈ ਉਹਨਾਂ ਨੇ ਆਪਣੇ ਆਤਮਿਕ ਜੀਵਨ ਨੂੰ ਬਚਾ ਲਿਆ ਹੈ ਔਰ ਉਹਨਾਂ ਦੇ ਉੱਤੇ ਕਦੇ ਵੀ ਵਿਕਾਰਾਂ ਦਾ, ਪਾਪਾਂ ਦਾ ਅਸਰ ਨਹੀਂ ਹੋਇਆ। ਉਹਨਾਂ ਦੇ ਉੱਤੇ ਪਾਪ ਔਰ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਪਾਉਂਦੇ, ਯਾਨੀ ਉਹ ਇਹਨਾਂ ਵਿਕਾਰਾਂ ਤੋਂ ਬਚ ਜਾਂਦੇ ਨੇ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਆਪਣੇ ਵਿਚਾਰ ਅਨਮਿਊਟ ਹੋ ਕੇ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ